ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਕੱਲ੍ਹ ਜਪਜੀ ਸਾਹਿਬ ਸੰਪੂਰਨ ਹੋ ਗਿਆ ਸੀ। ਅੱਜ ਜਾਪ ਸਾਹਿਬ ਦੀ ਬਾਣੀ ਸ਼ੁਰੂ ਹੋਣੀ ਹੈ। ਜਦੋਂ ਦਸਮ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤ ਤਿਆਰ ਕੀਤਾ ਹੈ ਤਾਂ ਉਹਨਾਂ ਨੇ 5 ਬਾਣੀਆਂ ਪੜ੍ਹੀਆਂ। ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਜਾਪ ਸਾਹਿਬ, ਫਿਰ ਸਵਈਏ, ਫਿਰ ਚੌਪਈ ਸਾਹਿਬ ਅਤੇ ਫਿਰ ਆਨੰਦ ਸਾਹਿਬ। ਇਹ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਹੈ। ਇਸੇ ਲਈ ਜਿਨ੍ਹਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹਨਾਂ ਨੂੰ ਫਿਰ ਹੁਕਮ ਹੈ ਕਿ ਜੋ ਪੜ੍ਹੇ ਲਿਖੇ ਹਨ ਤਾਂ ਹਰ ਰੋਜ਼ ਸਵੇਰੇ ਉੱਠ ਕੇ ਨਹਾ ਧੋ ਕੇ ਇਹਨਾਂ 5 ਬਾਣੀਆਂ ਦਾ ਪਾਠ ਕਰਨਾ ਹੈ। ਸੋ ਜਪਜੀ ਸਾਹਿਬ ਦੀ ਕਥਾ ਹੋ ਚੁੱਕੀ ਹੈ, ਜਾਪ ਸਾਹਿਬ ਦੀ ਕਥਾ ਸ਼ੁਰੂ ਹੋਣੀ ਹੈ। ਜਪਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਖੀ। ਇਹ ਜਾਪ ਜਿਹੜਾ ਹੈ ਇਹ ਦਸਮ ਪਾਤਸ਼ਾਹ ਦੀ ਬਾਣੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ, ਇਸੇ ਤਰ੍ਹਾਂ ਹੀ ਦਸਮ ਗ੍ਰੰਥ ਦੀ ਸਭ ਤੋਂ ਪਹਿਲੀ ਬਾਣੀ ਜਾਪ ਸਾਹਿਬ ਹੈ। ਜਾਪ ਸਾਹਿਬ ਦਸਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਭਾਵ ਪਰਮਾਤਮਾ। ਇੱਕ ਤੋਂ ਭਾਵ ਹੈ ਜੋ ਨਿਰਗੁਣ ਸਰੂਪ ਹੈ। ਓੰਕਾਰ ਤੋਂ ਭਾਵ ਹੈ ਜੋ ਸਰਗੁਣ ਸਰੂਪ ਹੈ। ਨਿਰਗੁਣ ਸਰੂਪ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਸਰਗੁਣ ਸਰੂਪ ਜੋ ਸਾਨੂੰ ਇਹਨਾਂ ਅੱਖਾਂ ਨਾਲ ਦਿਸ ਰਿਹਾ ਉਹ ਸਾਰਾ ਪਰਮਾਤਮਾ ਦਾ ਸਰਗੁਣ ਸਰੂਪ ਹੈ। ਸੋ ਉਹ ਪਰਮਾਤਮਾ ਜੋ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ। ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ। ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਾਪ। ਸਾਹਿਬ ਤਾਂ ਆਪਾਂ ਸਤਿਕਾਰ ਵਜੋਂ ਲਾਉਂਦੇ। ਜੇ ਬਾਣੀ ਹੈ ਗੁਰੂ ਨਾਨਕ ਦੇਵ ਦੀ ਜਪ, ਇਹ ਜੀ ਅਤੇ ਸਾਹਿਬ ਸਤਿਕਾਰ ਵਜੋਂ ਲਾਏ ਜਾਂਦੇ। ਆਪਾਂ ਕਹਿੰਦੇ ਜਪਜੀ ਸਾਹਿਬ। ਬਾਣੀ ਹੈ ਜਪ। ਆਪਾਂ ਇਹ ਬਾਣੀ ਹੈ ਜਾਪ, ਆਪਾਂ ਸਤਿਕਾਰ ਵਜੋਂ ਲਾਉਣੇ ਸਾਹਿਬ ਜਾਪ ਸਾਹਿਬ। ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਇਹ ਜਿੰਨੇ ਗੁਰੂ ਪਿਆਰੇ ਵੀ ਕਥਾ ਸੁਣ ਰਹੇ ਨੇ ਸਭ ਨੂੰ ਬੇਨਤੀ ਹੈ ਕਿ ਨਿਤਨੇਮ ਦੇ ਗੁਟਕੇ ਆਪਣੇ ਕੋਲ ਰੱਖੋ। ਉਂਝ ਨਹੀਂ ਕੋਈ ਗੱਲ ਸਮਝਾਉਣੀ ਤੁਹਾਡੇ। ਨਿਤਨੇਮ ਦੇ ਗੁਟਕਾ ਹਰ ਇੱਕ ਕੋਲੇ ਹੋਣਾ ਚਾਹੀਦਾ। ਉਂਝ ਨਹੀਂ ਕੋਈ ਗੱਲ ਬਣਨੀ। ਇਸ ਲਈ ਜਿੰਨੇ ਵੀ ਇਸ ਵੇਲੇ ਕਥਾ ਸੁਣ ਰਹੇ ਹੋ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਨਿਤਨੇਮ ਦਾ ਗੁਟਕਾ ਲੈ ਕੇ ਉਸਦੇ ਵਿੱਚ ਜਾਪ ਸਾਹਿਬ ਦੀ ਬਾਣੀ ਕੱਢੋ ਤਾਂ ਜੋ ਤੁਹਾਨੂੰ ਉਚਾਰਨ ਵੀ ਆ ਜਾਏ। ਨਿਰੇ ਮਗਰ ਬੋਲਣ ਨਾਲ ਨਹੀਂ ਆਉਂਦਾ। ਇੱਕ ਅਨਪੜ੍ਹ ਬੰਦਾ ਬਿਲਕੁਲ, ਮੈਂ ਉਹਨੂੰ ਕਹਿਣਾ ਬੋਲੋ ਜੀ ਹੀ, ਉਹ ਬੋਲ ਦੇਗਾ ਹੀ। ਫਿਰ ਮੈਂ ਕਹਿਣਾ ਬੋਲੋ ਇਜ਼, ਉਹ ਬੋਲ ਦੇਗਾ ਇਜ਼। ਫਿਰ ਮੈਂ ਉਹਨੂੰ ਕਹਿ ਬੋਲੋ ਮੈਨ, ਉਹ ਬੋਲ ਦੇਗਾ ਮੈਨ। ਪਰ ਨਾ ਉਹਨੂੰ ਹੀ ਦਾ ਮਤਲਬ ਆਵੇ, ਨਾ ਇਜ਼ ਦਾ ਆਵੇ ਅਤੇ ਨਾ ਮੈਨ ਦਾ ਆਵੇ। ਬੋਲ ਜ਼ਰੂਰ ਦੇਗਾ ਮਗਰ ਨਹੀਂ। ਸਾਨੂੰ ਪੜ੍ਹਨਾ ਵੀ ਆਉਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਹਿੰਦੀ 1, ਸੰਸਕ੍ਰਿਤ 2, ਬ੍ਰਿਜ ਭਾਸ਼ਾ 3 ਅਤੇ ਫਾਰਸੀ 4। ਇਹ 4 ਨੇ ਅਤੇ ਆਮ ਲੋਕਾਂ ਨੂੰ ਨਾ ਹਿੰਦੀ ਆਉਂਦੀ ਹੈ, ਨਾ ਸੰਸਕ੍ਰਿਤ ਆਉਂਦੀ ਹੈ, ਨਾ ਬ੍ਰਿਜ ਭਾਸ਼ਾ ਆਉਂਦੀ ਹੈ, ਨਾ ਫਾਰਸੀ ਆਉਂਦੀ ਹੈ। ਇਸ ਲਈ ਪਾਠ ਤਾਂ ਅਗਲਾ ਕਰ ਲੈਂਦਾ ਹੈ ਕਿਉਂਕਿ ਪਾਠ ਤਾਂ ਗੁਰਮੁਖੀ 'ਚ ਲਿਖਿਆ ਹੋਇਆ ਹੈ। ਜਿਹਨੂੰ ਵੀ ਊੜਾ ਅੜਾ ਡਾੜੇ ਤੱਕ ਆਉਂਦਾ ਪਾਠ ਤਾਂ ਕਰ ਲਏਗਾ, ਪਰ ਬਿਲਕੁਲ ਨਹੀਂ ਪਤਾ ਲੱਗਦਾ ਕਿ ਇਸ ਵਿੱਚ ਕੀ ਹੈ।
ਉਹਨੂੰ ਕੁਛ ਨਹੀਂ ਪਤਾ ਲੱਗਦਾ ਕਿ ਇਸ ਬਾਣੀ 'ਚ ਕਿਹਾ ਕੀ ਗਿਆ। ਪੜ੍ਹ ਤੇ ਉਹ ਲੈਂਦਾ, 99% ਨੂੰ ਨਹੀਂ ਪਤਾ ਹੈਗਾ। ਜਿੰਨੇ ਵੀ ਨਿਤਨੇਮ ਕਰ ਰਹੇ ਤੁਹਾਡੇ 'ਚੋਂ 99% ਨਿਤਨੇਮ ਤੇ ਕਰਦੇ, ਬਾਣੀ ਤੇ ਪੜ੍ਹਦੇ ਨੇ, ਪਰ ਉਹਨਾਂ ਨੂੰ ਇਸ ਦੇ ਅਰਥ ਨਹੀਂ ਆਉਂਦੇ। ਜਿੰਨਾ ਚਿਰ ਅਰਥ ਨਹੀਂ ਆਉਂਦੇ ਉਹਨਾਂ ਚਿਰ ਮਨ ਨਹੀਂ ਟਿਕਿਆ ਕਰਦਾ। ਮਨ ਉਸੇ ਬਾਣੀ ਪੜ੍ਹਨ 'ਚ ਟਿਕਦਾ ਜਿਹਦੇ ਅਰਥ ਆਉਂਦੇ ਨੇ। ਜੇ ਬਾਣੀ ਦੇ ਅਰਥ ਨਹੀਂ ਆਉਂਦੇ, ਬਾਣੀ ਪੜ੍ਹਦਿਆਂ ਕਦੇ ਮਨ ਨਹੀਂ ਟਿਕਿਆ ਕਰਦਾ। ਅਤੇ ਆਮ ਲੋਕਾਂ ਦੀ ਇਹੀ ਸ਼ਿਕਾਇਤ ਹੈ ਜੀ, ਬਾਣੀ ਪੜ੍ਹਦਿਆਂ ਮਨ ਨਹੀਂ ਟਿਕਦਾ। ਪਹਿਲਾਂ ਤਾਂ ਬਾਣੀ ਧਿਆਨ ਨਾਲ ਪੜ੍ਹੀ ਹੋਈ ਨਹੀਂ ਜਾਂਦੀ, ਜੇ ਪੜ੍ਹੀ ਜਾਂਦੀ ਹੈ ਤਾਂ ਉਹਦੇ ਅਰਥ ਨਹੀਂ ਆਉਂਦੇ, ਇਸ ਲਈ ਨਹੀਂ ਧਿਆਨ ਟਿਕਦਾ। ਜੇ ਅਰਥ ਆ ਜਾਣ ਫਿਰ ਉਹ ਬਾਣੀ ਪੜ੍ਹਨ ਦਾ ਆਨੰਦ ਆਉਂਦਾ, ਅਤੇ ਜਿਸ ਚੀਜ਼ 'ਚ ਸਾਨੂੰ ਆਨੰਦ ਆਵੇਗਾ ਉੱਥੇ ਧਿਆਨ ਵੀ ਟਿਕੇਗਾ। ਇਸ ਲਈ ਜਿਹੜੇ ਵੀ ਇਸ ਵੇਲੇ ਕਥਾ ਸੁਣ ਰਹੇ ਹੋ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਨਿਤਨੇਮ ਦਾ ਗੁਟਕਾ ਲਓ, ਉਸ ਦੇ ਵਿੱਚੋਂ ਇਹ ਜਾਪ ਸ਼ਬਦ ਬਾਣੀ ਕੱਢੋ, ਨਾਲੇ ਤੁਹਾਨੂੰ ਬੋਲਣਾ ਆ ਜਾਏਗਾ, ਨਾਲੇ ਕੁਝ ਅਰਥ ਸਮਝ ਆ ਜਾਣਗੇ। ਸ਼੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ, ਇਹਨੂੰ 10 ਨਹੀਂ ਪੜ੍ਹਨਾ, 10 ਪੁਲਿੰਗ ਹੈ, ਪਾਤਸ਼ਾਹੀ ਇਸਤਰੀ ਲਿੰਗ ਹੈ। ਜੇ ਇਹਦਾ ਪਾਤਸ਼ਾਹ ਫਿਰ ਕੋਈ ਹੋਰ ਗੱਲ ਹੋ ਸਕਦੀ ਸੀ। ਇਹ ਪਾਤਸ਼ਾਹੀ, ਇਸ ਲਈ 10 ਨੂੰ ਪੜ੍ਹਨਾ 10ਵੀਂ। ਸ਼੍ਰੀ ਮੁੱਖ ਵਾਕ ਦਾ ਮਤਲਬ ਹੈ ਇਹ ਗੁਰੂ ਮਹਾਰਾਜ ਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ, ਭਾਵ ਗੁਰੂ ਮਹਾਰਾਜ ਨੇ ਆਪ ਲਿਖੀ ਹੈ। ਕਿਹੜੇ ਗੁਰੂ ਨੇ? ਪਾਤਸ਼ਾਹੀ 10ਵੀਂ, 10ਵੇਂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਇਹ ਬਾਣੀ ਲਿਖੀ, ਉਚਾਰਨ ਕੀਤੀ ਹੈ। ਇਹ ਸਾਰੀ ਬਾਣੀ ਜਿਹੜੀ ਹੈ ਇਹ ਛੰਦਾਂ ਦੇ ਵਿੱਚ ਹੈ। 199 ਛੰਦ ਨੇ ਇਸ ਬਾਣੀ ਦੇ, 199 ਛੰਦ ਨੇ। ਹੁਣ ਪਹਿਲਾ ਛੰਦ ਸ਼ੁਰੂ ਹੁੰਦਾ, ਉਹਦਾ ਨਾਂ ਹੈ ਛਪੈ ਛੰਦ। ਇਹ ਛੰਦ ਦਾ ਨਾਮ ਹੈ। ਤਪ ਪ੍ਰਸਾਦ, ਤੱਤੇ ਦੇ ਪੈਰ 'ਚ ਵਾਹਵਾ ਪਾਇਆ ਹੋਇਆ, ਜਿਹੜਾ ਹੇਠਾਂ ਅੱਖਰ ਹੁੰਦਾ ਹੈ ਉਹ ਅੱਧਾ ਬੋਲਿਆ ਜਾਂਦਾ। ਤਵ ਪੂਰਾ ਨਹੀਂ ਬੋਲਣਾ, ਤਵ, ਤਪ ਪ੍ਰਸਾਦ। ਤਪ ਹੁੰਦਾ ਤੇਰੀ, ਪ੍ਰਸਾਦ ਹੁੰਦਾ ਕਿਰਪਾ ਨਾਲ। ਹੇ ਪਰਮਾਤਮਾ, ਮੈਂ 10ਵੇਂ ਪਾਤਸ਼ਾਹ ਕਹਿੰਦੇ, ਮੈਂ ਇਹ ਬਾਣੀ ਤੇਰੀ ਕਿਰਪਾ ਨਾਲ ਉਚਾਰਨ ਕਰਨ ਲੱਗਾ ਹਾਂ। ਮੈਂ ਤੇਰੀ ਕਿਰਪਾ ਨਾਲ ਇਹ ਬਾਣੀ ਲਿਖਣ ਲੱਗਾ। ਹੋਂਚ ਨਹੀਂ ਆਏ ਕਿ ਮੈਂ ਆਪਣੀ ਸਿਆਣਪ ਨਾਲ ਲਿਖਣ ਲੱਗਾ, ਨਹੀਂ। ਕਹਿੰਦੇ ਹੇ ਪਰਮਾਤਮਾ, ਤੇਰੀ ਕਿਰਪਾ ਦੇ ਨਾਲ ਮੈਂ ਬਾਣੀ ਉਚਾਰਨ ਕਰਨ ਲੱਗਾ। ਹੁਣ ਪਰਮਾਤਮਾ ਬਾਰੇ ਦੱਸਦੇ ਨੇ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇ। ਚੱਕਰ ਤੁਸੀਂ ਦੇਖਿਆ ਉਹਨੇ, ਨਿਹੰਗ ਸਿੰਘ ਨੇ ਦਸਤਾਰ ਦੇ ਆਲੇ ਦੁਆਲੇ ਚੱਕਰ ਉਹਦੇ ਲੋਹੇ ਦੇ ਚੱਕਰ ਪਾਏ ਹੁੰਦੇ। ਵਿਸ਼ਨੂੰ ਮਹਾਰਾਜ ਕੋਲੇ ਵੀ ਚੱਕਰ ਹੁੰਦਾ ਸੀ, ਦੁਸ਼ਮਣ ਲਈ ਮਾਰਨ ਲਈ ਉਹਨੂੰ ਚਲਾਉਂਦੇ ਸਨ। ਕ੍ਰਿਸ਼ਨ ਮਹਾਰਾਜ ਕੋਲੇ ਵੀ ਚੱਕਰ ਸੀ, ਉਹਨੂੰ ਕਹਿੰਦੇ ਸੁਦਰਸ਼ਨ ਚੱਕਰ। ਹੇ ਪਰਮਾਤਮਾ, ਤੇਰਾ ਨਾ ਕੋਈ ਚੱਕਰ ਹੈ ਚਿਹਨ, ਨਾ ਕੋਈ ਤੇਰਾ ਚਿੰਨ੍ਹ ਹੈ, ਕੋਈ ਨਿਸ਼ਾਨੀ ਹੈ। ਅਰ ਬਰਨ, ਨਾ ਤੇਰਾ ਕੋਈ ਬਰਨ ਹੈ। ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ, ਜਿਹੜੇ ਪਹਿਲਾਂ ਹੋਏ ਧਾਰਮਿਕ ਵਿਅਕਤੀ, ਉਹਨਾਂ ਨੇ ਸਮਾਜ ਨੂੰ 4 ਵਰਨਾਂ 'ਚ ਵੰਡਿਆ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹ 4 ਵਰਨ ਸਨ। ਹੇ ਪਰਮਾਤਮਾ, ਤੇਰਾ ਕੋਈ ਵਰਨ ਨਹੀਂ ਹੈ, ਨਾ ਤੂੰ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਵੈਸ਼ ਹੈ, ਨਾ ਸ਼ੂਦਰ ਹੈ। ਤੇਰਾ ਕੋਈ ਚੱਕਰ ਨਹੀਂ ਹੈ, ਤੇਰਾ ਕੋਈ ਚਿਹਨ ਨਿਸ਼ਾਨੀ ਨਹੀਂ ਹੈ, ਤੇਰਾ ਕੋਈ ਵਰਨ ਨਹੀਂ ਹੈ। ਜਾਤ ਅਰ ਪਾਤ ਨਹਿਨ ਜੇ, ਨਾ ਹੀ ਤੇਰੀ ਕੋਈ ਜਾਤ ਹੈ। ਅਰ ਬਣੇ ਅਤੇ, ਪਾਤ ਹੁੰਦਾ, ਇੱਕ ਹੁੰਦੀ ਜਾਤ। ਜਿਵੇਂ ਮੰਨ ਲਓ ਬਾਬਾ ਜੀ ਤੁਹਾਡੀ ਕੀ ਜਾਤ ਹੈ, ਮੈਂ ਕਹਾਂਗਾ ਜੱਟ,
ਤੁਹਾਡੀ ਪਾਤ ਕੀ ਹੈ, ਵੀ ਤੁਹਾਡਾ ਗੋਤ ਕੀ ਹੈ? ਮੈਂ ਕਹਾਂਗਾ ਭਿੰਡਰ। ਪਾਤ ਮੈਨੇ ਗੋਤ। ਤੇਰੇ ਨਾ ਕੋਈ ਜਾਤ ਹੈ ਨਾ ਕੋਈ ਗੋਤ ਹੈ। ਨਹਿਨ ਜੇ ਜਿਸ ਪਰਮਾਤਮਾ ਦੇ ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਵਰਨ ਹੈ, ਨਾ ਜਾਤ ਹੈ, ਨਾ ਗੋਤ ਹੈ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਕਿਹ ਹੁੰਦਾ ਕਿਹੋ ਜਿਹਾ। ਹੇ ਪਰਮਾਤਮਾ, ਤੇਰਾ ਕਿਹੋ ਜਿਹਾ ਰੂਪ ਹੈ, ਰੰਗ ਹੈ, ਰੇਖ ਲਾਈਨ ਨੂੰ ਕਹਿੰਦੇ, ਰੇਖਾ ਨੂੰ ਕਹਿੰਦੇ। ਸਾਡੇ ਮੱਥੇ 'ਤੇ ਰੇਖਾਵਾਂ ਨੇ ਸਾਡੀ ਕਿਸਮਤ ਦੀਆਂ। ਹੇ ਪਰਮਾਤਮਾ, ਤੇਰਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਰੇਖ ਹੈ। ਭੇਖ ਹੁੰਦਾ ਪਹਿਰਾਵਾ। ਜਿਵੇਂ ਸਾਧੂਆਂ ਦਾ ਭੇਖ ਹੈ, ਕਿਸੇ ਨੇ ਜੋਗੀ ਰੰਗ ਦੇ ਕੱਪੜੇ ਪਾਏ ਨੇ, ਕਿਸੇ ਚਿੱਟੇ ਪਾਏ ਹੋਏ ਨੇ, ਕਿਸੇ ਨੇ ਮੂੰਹ 'ਤੇ ਪੱਟੀ ਬੰਨੀ ਹੋਈ ਹੈ, ਕੋਈ ਰੋਣ ਮੋਨ ਹੈ। ਇਸ ਤਰ੍ਹਾਂ ਦਾ ਤੇਰਾ ਕੋਈ ਭੇਖ ਨਹੀਂ, ਕੋਈ ਤੇਰਾ ਪਹਿਰਾਵਾ ਨਹੀਂ। ਕੋ ਕਹਿ ਨਾ ਸਕਤ ਕੇ, ਕੋਈ ਵੀ ਨਹੀਂ ਕਹਿ ਸਕਦਾ ਕਿ ਤੂੰ ਕਿਹੋ ਜਿਹਾ ਹੈ। ਕਿਹ ਮੈਨੇ ਕਿਹੋ ਜਿਹਾ। ਹੇ ਪਰਮਾਤਮਾ, ਕੋਈ ਵੀ ਨਹੀਂ ਕਹਿ ਸਕਦਾ ਕਿ ਤੂੰ ਕਿਹੋ ਜਿਹਾ। ਸਕਤ ਮੈਨੇ ਕਹਿ ਸਕਦਾ, ਕਹਿ ਨਾ ਸਕਦਾ ਕਿ ਕਿਹੋ ਜਿਹਾ। ਹੇ ਪਰਮਾਤਮਾ, ਤੂੰ ਕਿਹੋ ਜਿਹਾ ਹੈ, ਕੋਈ ਕਹਿ ਹੀ ਨਹੀਂ ਸਕਦਾ, ਕਿਉਂਕਿ ਨਾ ਤਾਂ ਤੇਰਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਵਰਨ ਹੈ, ਨਾ ਜਾਤ ਹੈ, ਨਾ ਗੋਤ ਹੈ, ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ। ਇਸ ਲਈ ਕੋਈ ਕਹਿ ਹੀ ਨਹੀਂ ਸਕਦਾ ਤੂੰ ਕਿਹੋ ਜਿਹਾ ਹੈ। ਕਿਉਂ ਕਿਹੋ ਜਿਹਾ ਦੱਸਣ ਲਈ ਉਹੇ ਜਿਹਾ ਕੋਈ ਹੋਰ ਚਾਹੀਦਾ ਹੈ। ਪਰਮਾਤਮਾ ਵਰਗੀ ਹਸਤੀ ਸੰਸਾਰ 'ਚ ਹੋਰ ਹੈ ਹੀ ਕੋਈ ਨਹੀਂ। ਇਸ ਲਈ ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਉਹ ਵੀ ਨਹੀਂ ਦੱਸ ਸਕੇ ਕਿ ਪਰਮਾਤਮਾ ਕਿਹੋ ਜਿਹਾ ਹੈ। ਸਵਾਲ ਪੈਦਾ ਵੀ ਕਿਉਂ ਨਹੀਂ ਦੱਸ ਸਕੇ? ਦੱਸਣ ਲਈ ਜ਼ਰੂਰੀ ਹੈ ਕਿ ਉਹੋ ਜਿਹੀ ਚੀਜ਼ ਸੰਸਾਰ 'ਚ ਕੋਈ ਹੋਰ ਹੋਵੇ, ਤਾਂ ਹੀ ਕਹਿੰਦੇ ਜੀ ਵੀ ਪਰਮਾਤਮਾ ਇਹੋ ਜਿਹਾ ਹੈ। ਉਹ ਇਹੋ ਜਿਹਾ ਤਾਂ ਕੋਈ ਹੈ ਹੀ ਨਹੀਂ ਸੰਸਾਰ 'ਚ। ਪਰਮਾਤਮਾ ਵਰਗੀ ਕੋਈ ਚੀਜ਼ ਹੀ ਸੰਸਾਰ 'ਚ ਨਹੀਂ ਹੈ। ਇਸ ਲਈ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਦਰਸ਼ਨ ਕੀਤੇ ਉਹ ਦੱਸ ਹੀ ਨਹੀਂ ਸਕੇ ਕਿ ਪਰਮਾਤਮਾ ਕਿਹੋ ਜਿਹਾ ਹੈ। ਅਗਲੇ ਨੇ ਇੰਨੇ ਹੀ ਕਿਹਾ ਦਸਮ ਪਾਤਸ਼ਾਹ, ਇਹ ਪਰਮਾਤਮਾ ਤੇਰਾ ਕੋਈ ਚੱਕਰ ਨਹੀਂ, ਤੇਰਾ ਕੋਈ ਚਿਹਨ ਨਿਸ਼ਾਨੀ ਨਹੀਂ, ਵਰਨ ਤੇਰੇ ਕੋਈ ਹੈ ਨਹੀਂ, ਨਾ ਤੂੰ ਬ੍ਰਾਹਮਣ ਹੈ, ਨਾ ਤੂੰ ਖੱਤਰੀ ਹੈ, ਨਾ ਤੂੰ ਵੈਸ਼ ਹੈ, ਨਾ ਤੂੰ ਸ਼ੂਦਰ ਹੈ। ਤੇਰਾ ਕੋਈ ਵਰਨ ਨਹੀਂ ਹੈ, ਤੇਰੀ ਕੋਈ ਜਾਤ ਨਹੀਂ, ਪਾਤ ਤੇਰੀ ਕੋਈ ਗੋਤ ਨਹੀਂ, ਤੇਰਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਰੇਖ ਤੇਰੀ ਕੋਈ ਰੇਖਾ ਨਹੀਂ, ਭੇਖ ਤੇਰਾ ਕੋਈ ਪਹਿਰਾਵਾ ਨਹੀਂ। ਕੋ ਕਹਿ ਨਾ ਸਕਤ ਕੇ, ਇਸ ਲਈ ਕੋਈ ਵੀ ਨਹੀਂ ਕਹਿ ਸਕਦਾ ਕਿ ਤੂੰ ਕਿਹੋ ਜਿਹਾ ਹੈ। ਅੱਗੇ ਕਹਿੰਦੇ ਅਚਲ ਮੂਰਤ। ਅਜੇ ਪਹਿਲਾ ਛੰਦ ਚੱਲ ਰਿਹਾ ਹੈ। ਜਿੱਥੇ ਪਹਿਲਾ ਛੰਦ ਜਾ ਕੇ ਮੁੱਕੇਗਾ ਉੱਥੇ ਏਕਾ ਲਿਖਿਆ ਹੋਏਗਾ, ਉੱਥੇ ਇਹਦਾ ਮਤਲਬ ਇੱਥੇ ਪਹਿਲਾ ਛੰਦ ਮੁੱਕ ਗਿਆ ਹੈ। ਅਚਲ ਮੂਰਤ। ਹੁਣ ਪਰਮਾਤਮਾ ਦੀ ਕੋਈ ਮੂਰਤੀ ਨਹੀਂ, ਕੋਈ ਤਸਵੀਰ ਨਹੀਂ, ਉਹ ਤਾਂ ਜੋਤ ਹੈ। ਅਚਲ ਹੁੰਦਾ ਜਿਹੜੀ ਸਦਾ ਰਹਿਣ ਵਾਲੀ ਹੋਵੇ। ਆਪਾਂ ਤਾਂ ਚਲਾਏਮਾਨ ਹਾਂ, ਅੱਜ ਹਾਂ ਕੱਲ੍ਹ ਨੂੰ ਨਹੀਂ ਹਾਂ। ਜਿਹੜਾ ਸਦਾ ਰਹਿਣ ਵਾਲਾ ਹੈ ਉਹਨੂੰ ਕਹਿੰਦੇ ਅਚਲ। ਹੇ ਪਰਮਾਤਮਾ, ਤੇਰੀ ਮੂਰਤ, ਤੇਰੀ ਜੋਤ ਸਦਾ ਰਹਿਣ ਵਾਲੀ ਹੈ। ਅਨਭਉ ਪ੍ਰਕਾਸ਼। ਜਪਜੀ ਸਾਹਿਬ 'ਚ ਲਿਖਿਆ ਸਹਿਭੰਗ, ਉਹਨੂੰ ਇੱਥੇ ਲਿਖਿਆ ਅਨਭਉ। ਸਹਿਭੰਗ ਦਾ ਮਤਲਬ ਹੈ ਪਰਮਾਤਮਾ ਆਪਣੇ ਆਪ ਤੋਂ ਹੈ। ਉਹ ਆਪਣੇ ਆਪ ਤੋਂ ਪ੍ਰਕਾਸ਼ਿਤ ਹੈ, ਉਹਨੂੰ ਕਿਸੇ ਨੇ ਪ੍ਰਕਾਸ਼ਵਾਨ ਨਹੀਂ ਕੀਤਾ। ਅਨਭਉ ਪ੍ਰਕਾਸ਼। ਹੇ ਪਰਮਾਤਮਾ, ਤੇਰਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਤੈਨੂੰ ਕਿਸੇ ਤੋਂ ਪ੍ਰਕਾਸ਼ ਨਹੀਂ ਮਿਲ ਰਿਹਾ। ਜਿਵੇਂ ਚੰਦਰਮਾ ਹੈ, ਚੰਦਰਮਾ ਰਾਤ ਨੂੰ ਰੋਸ਼ਨੀ ਦਿੰਦਾ ਹੈ, ਪਰ ਸਾਇੰਸ ਵਾਲਿਆਂ ਨੂੰ ਪਤਾ ਹੈ ਕਿ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ। ਇਹ ਤਾਂ ਸੂਰਜ ਦੀ ਰੋਸ਼ਨੀ ਧਰਤੀ 'ਤੇ ਪੈਂਦੀ ਹੈ, ਧਰਤੀ 'ਤੇ ਟਕਰਾ ਕੇ ਉਹ ਚੰਦਰਮਾ 'ਤੇ ਪੈਂਦੀ ਹੈ, ਅਤੇ ਫਿਰ ਆਪਣਾ ਲੱਗਦਾ ਚੰਦਰਮਾ ਚਮਕਦਾ ਹੈ।
ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਜਿਵੇਂ ਧਰਤੀ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਇਸ ਤਰ੍ਹਾਂ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ। ਉਹ ਤਾਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਟਕਰਾਉਂਦੀਆਂ, ਧਰਤੀ 'ਤੇ ਟਕਰਾ ਕੇ ਉਹ ਚੰਦਰਮਾ 'ਤੇ ਪੈਂਦੀਆਂ, ਚੰਦਰਮਾ ਫਿਰ ਚਮਕਦਾ ਆਪਣਾ ਲੱਗਦਾ ਚੰਦਰਮਾ ਦੀ ਰੋਸ਼ਨੀ ਹੈ। ਚੰਦਰਮਾ ਨੂੰ ਰੋਸ਼ਨੀ ਕਿਤੋਂ ਮਿਲ ਰਹੀ ਹੈ? ਪਰ ਹੈ ਪਰਮਾਤਮਾ, ਤੂੰ ਤੇ ਅਨੁਭਵ ਪ੍ਰਕਾਸ਼ ਹੈ, ਤੇਰਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਤੈਨੂੰ ਕਿਤੋਂ ਪ੍ਰਕਾਸ਼ ਮਿਲ ਨਹੀਂ ਰਿਹਾ, ਤੈਨੂੰ ਕੋਈ ਪ੍ਰਕਾਸ਼ਿਤ ਕਰ ਨਹੀਂ ਰਿਹਾ, ਤੇਰਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਇਹੀ ਕਾਰਨ ਹੈ ਕਿ ਜਿਹੜੇ ਸੱਚਖੰਡ ਜਾਂਦੇ ਨੇ ਉੱਥੇ ਕੀ ਹੈ? ਉੱਥੇ ਨਾ ਕੋਈ ਸੂਰਜ ਹੈ, ਨਾ ਕੋਈ ਉੱਥੇ ਚੰਨ ਹੈ, ਨਾ ਹੀ ਕੋਈ ਉੱਥੇ ਤਾਰੇ ਨੇ, ਨਾ ਹੀ ਕੋਈ ਉੱਥੇ ਬਿਜਲੀ ਦੇ ਬਲਬ ਨੇ, ਨਾ ਕੋਈ ਦੀਵਾ, ਨਾ ਕੋਈ ਲਾਲਟਣ ਹੈ, ਪਰ ਉੱਥੇ ਚਾਨਣ ਹੀ ਚਾਨਣ ਹੈ, ਪਰ ਉੱਥੇ ਚਾਨਣ ਹੀ ਚਾਨਣ ਹੈ। ਉਹ ਫਿਰ ਕਾਹਦਾ ਚਾਨਣ ਹੈ? ਉਹ ਪਰਮਾਤਮਾ ਦਾ ਹੈ। ਪਰਮਾਤਮਾ ਪ੍ਰਕਾਸ਼ ਸਰੂਪ ਹੈ, ਪਰਮਾਤਮਾ ਪ੍ਰਕਾਸ਼ ਸਰੂਪ ਹੈ, ਪਰਮਾਤਮਾ ਦਾ ਹੀ ਚਾਨਣ ਹੈ ਉੱਥੇ, ਅਤੇ ਉਹਦਾ ਚਾਨਣ ਆਪਣੇ ਆਪ ਤੋਂ ਹੈ। ਅਮਿਤ ਓਜ ਕਹੀਜੈ। ਅਮਿਤ ਓਜ ਦੋ ਸ਼ਬਦਾਂ ਤੋਂ ਬਣੇ, ਅਮਿਤ ਪਲੱਸ ਓਜ। ਅਮਿਤ ਹੁੰਦਾ ਬਹੁਤ ਜ਼ਿਆਦਾ, ਮਿਤ ਹੁੰਦੀ ਹੈ ਲਿਮਟ। ਅਮਿਤ ਜਿਹਨੂੰ ਇੰਗਲਿਸ਼ ਕਹਿੰਦੇ ਲਿਮਟਲੈਸ, ਬਹੁਤ ਜ਼ਿਆਦਾ। ਓਜ ਹੁੰਦੀ ਤਾਕਤ, ਬਲ। ਅਮਿਤ ਓਜ, ਬਹੁਤ ਤਾਕਤ ਵਾਲਾ, ਬਹੁਤ ਬਲ ਵਾਲਾ, ਅਤੇ ਇਕੱਠਾ ਬਣਾਇਆ ਅਮਿਤ ਓਜ। ਇਹਨੂੰ ਅਮਿਤ ਓਜ ਨਹੀਂ ਪੜ੍ਹਨਾ, ਮੰਮੇ 'ਤੇ ਅਧਿਕ ਲਾ ਕੇ ਪੜ੍ਹਨਾ। ਇਸ ਨੂੰ ਅਮਿਤ ਓਜ ਨਹੀਂ ਪੜ੍ਹਨਾ, ਅਮਿਤ ਓਜ ਇਸ ਤਰ੍ਹਾਂ ਪੜ੍ਹਨਾ ਹੈ, ਕਿਉਂਕਿ ਦੋ ਸ਼ਬਦਾਂ ਤੋਂ ਬਣੇ। ਅਮਿਤ ਓਜ, ਅਮਿਤ ਮੈਨੇ ਬਹੁਤ ਜ਼ਿਆਦਾ, ਓਜ ਮੈਨੇ ਬਲ ਵਾਲਾ। ਹੈ ਪਰਮਾਤਮਾ, ਤੇਰੀ ਜੋਤ ਅਚਲ ਹੈ, ਤੇਰਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਤੂੰ ਬਹੁਤ ਬਲ ਵਾਲਾ ਕਿਹਾ ਜਾਂਦਾ ਹੈ। ਕਹੀਜੈ ਮੈਨੇ ਕਿਹਾ ਜਾਂਦਾ ਹੈ, ਵੀ ਲੋਕ ਤੈਨੂੰ ਬਹੁਤ ਬਲ ਵਾਲਾ ਕਹਿੰਦੇ ਹਨ। ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਣੀਜੈ। ਤੂੰ ਕਰੋੜਾਂ ਇੰਦਰਾਂ ਦਾ ਇੰਦਰ ਹੈ, ਕਰੋੜਾਂ ਸ਼ਾਹਾਂ ਦਾ ਸ਼ਾਹ ਹੈ, ਗਣੀਜੈ ਗਿਣਿਆ ਜਾਂਦਾ ਹੈ। ਤੂੰ ਕਰੋੜਾਂ ਇੰਦਰਾਂ ਦਾ ਇੰਦਰ ਅਤੇ ਕਰੋੜਾਂ ਸ਼ਾਹਾਂ ਦਾ ਸ਼ਾਹ ਗਿਣਿਆ ਜਾਂਦਾ ਹੈ। ਭਾਵ ਇੱਕ ਅੱਧਾ ਇੰਦਰ ਨਹੀਂ, ਤੇਰੇ ਅੰਦਰ, ਤੇਰੇ ਅੰਦਰ ਕਰੋੜਾਂ ਇੰਦਰ ਨੇ, ਤੂੰ ਤਾਂ ਇੰਦਰਾਂ ਦਾ ਇੰਦਰ ਹੈ। ਕਿਤੇ ਲਿਖਿਆ? ਪਰਮਾਤਮਾ ਲਿਖਿਆ ਤੂੰ ਸੂਰਜਾਂ ਦਾ ਸੂਰਜ ਹੈ, ਤੂੰ ਸੂਰਜਾਂ ਦਾ ਵੀ ਸੂਰਜ ਹੈ। ਸੂਰਜ ਨੂੰ ਜਿਹੜੀ ਤੇਰੀ ਰੋਸ਼ਨੀ ਮਿਲੀ ਉਹ ਤੇਰੇ ਤੋਂ ਮਿਲੀ ਹੋਈ ਹੈ। ਸੂਰਜ ਦੀ ਰੋਸ਼ਨੀ ਰੱਬੀ ਸ਼ਕਤੀ ਨਾਲ ਹੈ। ਇਸ ਤਰ੍ਹਾਂ ਸਵਰਗ ਦੇ ਰਾਜੇ ਨੂੰ ਇੰਦਰ ਕਹਿੰਦੇ ਨੇ। ਕਹਿੰਦੇ ਕਰੋੜਾਂ ਇੰਦਰਾਂ ਦਾ ਤੂੰ ਇੰਦਰ ਹੈ, ਕਰੋੜਾਂ ਸ਼ਾਹਾਂ ਦਾ ਤੂੰ ਸ਼ਹਿਨਸ਼ਾਹ ਹੈ। ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦਾ ਰਾਜਾ ਹੈ। ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਤ੍ਰਿਭਵਨ ਮਹੀਪ, ਇਹਨੂੰ ਤੇਰ ਭਵਨ ਨਹੀਂ ਪੜ੍ਹਨਾ, ਯਾਦ ਰੱਖਣਾ। ਤੱਤੇ ਦੇ ਪੈਰ 'ਚ ਜਿਹੜਾ ਰਾਜਾ ਰਾਰਾ ਹੈ ਨਾ, ਇਹ ਜਿਹੜੀ ਤੱਤੇ ਨੂੰ ਸਿਆਰੀ ਹੈ, ਤੱਤੇ ਨਾਲ ਨਹੀਂ ਬੋਲੇਗੀ, ਰਾਰੇ ਨਾਲ ਬੋਲੇਗੀ। ਤ੍ਰੇ ਕੀ ਬਣ ਗਿਆ? ਤ੍ਰੇ, ਤਿਰ ਨਹੀਂ। ਜੇ ਤੱਤੇ ਨਾਲ ਸਿਆਰੀ ਬੋਲੇ ਫਿਰ ਪੜ੍ਹਦੇ ਤਿਰ ਭਵਨ। ਤ੍ਰੇ, ਜਿਵੇਂ ਪ੍ਰੇਮ ਲਿਖਿਆ ਹੁੰਦਾ, ਪੱਪੇ ਦੇ ਪੈਰ 'ਚ ਰਾਰਾ, ਉੱਤੇ ਲਾਂ ਮੰਮਾ, ਉਹ ਪੇਰਮ ਨਹੀਂ ਹੈ। ਬਿਆੜ ਜੀ ਪੱਪੇ 'ਤੇ ਲਾਂ ਲੱਗੀ ਹੈ, ਪੇਰਮ ਨਹੀਂ। ਜਿਹੜੀ ਪੱਪੇ 'ਤੇ ਲਾਂ ਹੈ ਉਹ ਹੇਠਾਂ ਪੈਰ ਜਿਹੜਾ ਰਾਰਾ ਹੈ ਉਹਦੇ ਨਾਲ ਬੋਲਦੀ ਹੈ ਪ੍ਰੇਮ। ਇਸੇ ਤਰ੍ਹਾਂ ਹੀ ਤ੍ਰਿਭਵਨ, ਤੱਤੇ ਨੂੰ ਜਿਹੜੀ ਸਿਆਰੀ ਲੱਗੀ ਹੈ ਉਹ ਰਾਰੇ ਨਾਲ ਬੋਲੇਗੀ। ਇਸ ਲਈ ਜਦੋਂ ਪੈਰ 'ਚ ਰਾਰਾ ਲੱਗਿਆ ਹੋਵੇ ਉਸ ਸ਼ਬਦ ਨੂੰ ਤੇਜ਼ੀ ਨਾਲ ਬੋਲੀਦਾ। ਜਿਵੇਂ ਕਿਰਪਾ, ਕੱਕੇ ਨੂੰ ਸਿਆਰੀ ਰਾਰਾ, ਪੱਪੇ ਨੂੰ ਕੰਨਾ ਕਿਰਪਾ। ਪਰ ਜੇ ਕੱਕੇ ਦੇ ਪੈਰ 'ਚ ਰਾਰਾ ਲੱਗਾ ਹੋਇਆ ਹੈ
ਕੱਕੇ ਨੂੰ ਸਿਆਰੀ, ਪੈਰ 'ਚ ਰਾਰਾ, ਪੱਪੇ ਨੂੰ ਕੰਨਾ। ਫਿਰ ਆਪਾਂ ਪੜਾਂਗੇ ਕਿਰਪਾ। ਫਿਰ ਉਹਨੂੰ ਕਿਰਪਾ ਨਹੀਂ ਪੜ੍ਹ ਸਕਦੇ, ਉਹਨੂੰ ਤੇਜ਼ੀ ਨਾਲ ਪੜ੍ਹਨਾ ਪਏਗਾ ਕਿਰਪਾ। ਇਸੇ ਤਰ੍ਹਾਂ ਹੀ ਇਹਨੂੰ ਆਪਾਂ ਜਿਹੜਾ ਹੈ ਤਿਰਭਵਨ ਨਹੀਂ ਪੜ੍ਹ ਸਕਦੇ, ਤ੍ਰਿਭਵਨ। ਤਿੰਨ ਭਵਨ, ਤ੍ਰਿ ਮਨੇ ਤਿੰਨ, ਤਿੰਨ ਭਵਨ ਮੰਨੇ ਗਏ ਨੇ। ਲੋਕ ਮਾਤ ਲੋਕ, ਆਕਾਸ਼ ਲੋਕ, ਪਾਤਾਲ ਲੋਕ, ਇਹ ਤਿੰਨਾਂ ਨੂੰ ਕਹਿੰਦੇ ਤ੍ਰਿਭਵਨ। ਮਹੀਪ ਹੁੰਦਾ ਰਾਜਾ। ਦੇਖੇ ਤੇਰੇ ਗੁਟਕੇ ਤੇ ਮਹੀਪ ਪੱਪੇ ਨੂੰ ਔਂਕਣ ਲੱਗਾ ਕਿ ਨਹੀਂ? ਨਹੀਂ ਨਾ। ਤਿੰਨਾਂ ਭਵਨਾਂ ਦੇ ਰਾਜੇ, ਤਿੰਨਾਂ ਭਵਨਾਂ ਦੇ ਰਾਜੇ ਸੁਰ, ਦੇਵਤੇ, ਨਰ, ਮਨੁੱਖ, ਅਸੁਰ, ਰਾਖਸ਼। ਸੁਰ ਦਾ ਵਿਰੋਧੀ ਸ਼ਬਦ ਹੈ ਅਸੁਰ। ਜਿਹੜਾ ਦੇਵਤਾ ਨਹੀਂ ਤਾਂ ਫਿਰ ਕੀ ਹੋ ਗਿਆ? ਰਾਖਸ਼। ਜਿਵੇਂ ਚੰਗਾ ਦਾ ਵਿਰੋਧੀ ਸ਼ਬਦ ਕੀ ਹੋਏਗਾ? ਜਿਹੜਾ ਚੰਗਾ ਨਹੀਂ, ਮੰਦਾ। ਮੰਦਾ ਦਾ ਮਤਲਬ ਜਿਹੜਾ ਚੰਗਾ ਨਹੀਂ, ਜਿਹੜਾ ਚੰਗਾ ਨਹੀਂ। ਇਸ ਲਈ ਅਸੁਰ, ਰਾਖਸ਼, ਜਿਹਨੂੰ ਆਪਾਂ ਆਮ ਸ਼ਬਦ ਕਹਿੰਦੇ ਦੈਂਤ, ਹਿੰਦੀ ਵਾਲੇ ਕਹਿੰਦੇ ਦੈਤਿਆ, ਉਹ ਕਹਿੰਦੇ ਦੈਤਿਆ। ਪੰਜਾਬੀ ਵਾਲੇ ਕਹਿੰਦੇ ਦੈਂਤ, ਰਾਖਸ਼, ਅਸੁਰ। ਤਿੰਨਾਂ ਭਵਨਾਂ ਦੇ ਰਾਜੇ, ਮਹੀਪ ਰਾਜੇ ਨੂੰ ਕਹਿੰਦੇ। ਤਿੰਨਾਂ ਭਵਨਾਂ ਦੇ ਰਾਜੇ ਸੁਰ, ਦੇਵਤੇ, ਨਰ, ਮਨੁੱਖ, ਅਸੁਰ, ਰਾਖਸ਼। ਨੇਤ ਨੇਤ ਬਣ ਤ੍ਰਿਣ ਕਹਿਤ। ਬਣ ਜੰਗਲ ਨੂੰ ਕਹਿੰਦੇ ਨੇ, ਤ੍ਰਿਣ ਤਿਨਕੇ ਨੂੰ ਕਹਿੰਦੇ ਨੇ। ਬਣ ਤ੍ਰਿਣ ਦਾ ਮਤਲਬ ਸਾਰੀ ਬਨਸਪਤੀ। ਸਾਰੀ ਬਨਸਪਤੀ ਜਿਹ 'ਚ ਵੱਡੇ ਛੋਟੇ ਦਰਖਤ ਨੇ, ਘਾਹ ਨੇ, ਸਭ ਕੁਝ ਰਲਾ ਕੇ ਉਹਨੂੰ ਕਹਿੰਦੇ ਨੇ ਬਨਸਪਤੀ। ਉਹਨੂੰ ਕਹਿੰਦੇ ਬਣ ਤ੍ਰਿਣ। ਨੇਤ ਨੇਤ ਦਾ ਮਤਲਬ ਹੈ ਤੂੰ ਕਿਸੇ ਵਰਗਾ ਨਹੀਂ ਹੈ, ਤੂੰ ਕਿਸੇ ਵਰਗਾ ਵੀ ਨਹੀਂ ਹੈ। ਜੋ ਕਿਸੇ ਵਰਗਾ ਹੁੰਦਾ ਫਿਰ ਅਸੀਂ ਦੱਸ ਦੇਣਾ ਸੀ ਉਹਦੇ ਵਰਗਾ। ਫਿਰ ਤੇ ਕਹਿ ਦੇਣਾ ਉਹਦੇ ਵਰਗਾ ਜੀ, ਫਿਰ ਤਾਂ ਕੋਈ ਔਖਾ ਨਹੀਂ ਸੀ ਰੱਬ ਦਾ ਦੱਸਣਾ। ਅਤੇ ਜੇ ਉਹਦੇ ਵਰਗਾ ਤਾਂ ਫਿਰ ਜਾਂ ਬੰਦਾ ਹੈ, ਜਾਂ ਜਨਾਨੀ ਹੈ, ਜਾਂ ਡੰਗਰ ਹੈ, ਜਾਂ ਕੀੜਾ ਮਕੌੜਾ, ਕੁਛ ਤਾਂ ਫਿਰ ਅਸੀਂ ਕਹਿੰਦੇ ਉਹਦੇ ਵਰਗਾ। ਉਹ ਹੇ ਪ੍ਰਭੂ ਤੂੰ ਕਿਸੇ ਵਰਗਾ ਵੀ ਨਹੀਂ ਹੈ। ਤਿੰਨਾਂ ਭਵਨਾਂ ਦੇ ਰਾਜੇ, ਦੇਵਤੇ, ਮਨੁੱਖ, ਰਾਖਸ਼, ਸਾਰੀ ਬਨਸਪਤੀ ਤੈਨੂੰ ਕਹਿੰਦੀ ਤੂੰ ਕਿਸੇ ਵਰਗਾ ਵੀ ਨਹੀਂ, ਤੂੰ ਕਿਸੇ ਵਰਗਾ ਵੀ ਨਹੀਂ। ਭਾਵ ਤੇਰੇ ਵਰਗਾ ਕੋਈ ਵੀ ਨਹੀਂ। ਤਬ ਸਰਬ ਨਾਮ ਕਥੈ ਕਵਨ। ਤਬ ਮੈਨੇ ਤੇਰੇ, ਕਿਤੇ ਤੱਤਾ ਬਾਵਾ ਪੂਰਾ ਪਾਇਆ, ਕਿਤੇ ਤੱਤੇ ਦੇ ਪੈਰ 'ਚ ਰਾਰਾ ਪਾਇਆ। ਜਿੱਥੇ ਪੂਰਾ ਪਾਇਆ ਉੱਥੇ ਪੜ੍ਹ ਸਕਦੇ ਆਪਾਂ ਤਵ, ਜਿੱਥੇ ਪੈਰ 'ਚ ਉੱਥੇ ਪੜ੍ਹ ਤਵ, ਉੱਥੇ ਪੜ੍ਹ ਤਵ, ਛੇਤੀ ਪੜ੍ਹਨਾ ਉਸਨੂੰ। ਤਬ ਸਰਬ ਨਾਮ ਕਥੈ ਕਵਨ। ਤੇਰੇ ਸਾਰੇ ਨਾਮਾਂ ਦਾ ਕੌਣ ਵਰਣਨ ਕਰ ਸਕਦਾ? ਕਵਨ ਮੈਨੇ ਕੌਣ, ਕਥਾ ਦਾ ਵਰਣਨ ਕਰਨਾ। ਤਬ ਮੈਨੇ ਤੇਰੇ, ਸਰਬ ਮੈਨੇ ਸਾਰੇ, ਨਾਮ। ਤੇਰੇ ਸਾਰੇ ਨਾਮਾਂ ਦਾ ਕੌਣ ਵਰਣਨ ਕਰ ਸਕਦਾ? ਭਾਵ ਕੋਈ ਤੇਰੇ ਨਾਮਾਂ ਦਾ ਵਰਣਨ ਨਹੀਂ ਕਰ ਸਕਦਾ। ਕਰਮ ਨਾਮ ਵਰਣਤ ਸੁਮਤ। ਇਹਨੂੰ ਸੁਮਤ ਨਹੀਂ ਪੜ੍ਹਨਾ, ਮਤ ਹੁੰਦੀ ਹੈ। ਮਤ ਤਾਂ ਸਾਰਿਆਂ 'ਚ ਹੀ ਹੈ, ਕਿਸੇ 'ਚ ਸਮਤ ਹੁੰਦੀ ਹੈ, ਕਿਸੇ 'ਚ ਕੁਮਤ ਹੁੰਦੀ ਹੈ। ਕਿਸੇ 'ਚ ਸਮਤ ਹੁੰਦੀ ਹੈ, ਕਿਸੇ 'ਚ ਕੁਮਤ ਹੁੰਦੀ ਹੈ। ਸੁਮਤ ਚੰਗੀ ਮਤ, ਕੁਮਤ ਭੈੜੀ ਮਤ। ਹੇ ਪਰਮਾਤਮਾ ਤੂੰ ਮੈਨੂੰ ਬਖਸ਼ੀਏ ਸਮਤ। ਦਸਮ ਪਾਤਸ਼ਾਹ ਕਹਿੰਦੇ ਹੇ ਪਰਮਾਤਮਾ ਤੇਰੀ ਦਿੱਤੀ ਸਮਤ ਨਾਲ ਮੈਂ ਤੇਰੇ ਉਹਨਾਂ ਗੁਣਾਂ ਦਾ, ਉਹਨਾਂ ਨਾਵਾਂ ਦਾ ਵਰਣਨ ਕਰਦਾ ਜਿਹੜੇ ਤੇਰੇ ਕੰਮਾਂ ਕਾਰਨ ਪਏ ਨੇ। ਕਰਮ ਕਿਸੇ ਨੇ ਦੇਖਿਆ ਪਰਮਾਤਮਾ ਹਰਿਆ ਭਰਿਆ ਕਰਨ ਵਾਲਾ ਹੈ, ਮਤਲਬ ਉਹਨੇ ਰੱਖਦਾ ਹਰੀ। ਕਿਸੇ ਨੇ ਦੇਖਿਆ ਪਰਮਾਤਮਾ ਸਾਰਿਆਂ 'ਚ ਵੱਧ, ਉਹਨੇ ਰੱਖਦਾ ਨਾਂ ਰਾਮ, ਉਹਨਾਂ ਰਾਮ। ਕਿਸੇ ਨੇ ਉਹਦੇ ਬੜੇ ਕੌਤਕ ਦੇਖੇ, ਬੜਾ ਉਹਨੇ ਕਿਹਾ ਵਾਹਿਗੁਰੂ। ਇਹ ਕਰਮ ਨਾਮ ਨੇ। ਕਰਮ ਨੂੰ ਵੇਖ ਕੇ ਜਿਹੜਾ ਨਾਮ ਰੱਖਿਆ ਜਾਂਦਾ ਉਹਨੂੰ ਕਹਿੰਦੇ ਨੇ ਕਰਮ ਨਾਮ। ਤੂੰ ਮੈਨੂੰ ਦਿੱਤੀ ਸਮਤ, ਮੈਂ ਤੇਰੀ ਦਿੱਤੀ ਸਮਤ ਨਾਲ ਤੇਰੇ ਕਰਮ ਨਾਮਾਂ ਦਾ ਵਰਣਨ ਕਰਦਾ ਹਾਂ। ਤੇਰਾ ਅਸਲੀ ਕੀ ਨਾਮ ਹੈ ਉਹਦਾ ਮੈਂ ਵਰਣਨ ਨਹੀਂ ਕਰ ਸਕਦਾ। ਮੈਂ ਤਾਂ ਤੇਰੇ
ਕਰਮ ਨਾਮ, ਤੇਰੇ ਕਰਮਾਂ ਨੂੰ ਵੇਖ ਕੇ ਜਿਹੜੇ ਤੇਰੇ ਨਾਮ ਪੈ ਗਏ ਨੇ, ਮੈਂ ਤੇ ਉਹਨਾਂ ਦਾ ਵਰਣਨ ਕਰਨ ਲੱਗਾ ਹਾਂ। ਇੱਥੇ ਪਾਇਆ ਏਕਾ, ਇੱਥੇ ਪਹਿਲਾ ਛੰਦ ਸਮਾਪਤ ਹੋ ਗਿਆ। ਫਿਰ ਇੱਕ ਵਾਰੀ ਧਿਆਨ ਨਾਲ ਸੁਣ ਲਓ, ਕਿਉਂਕਿ ਬਾਣੀ ਔਖੀ ਹੈ, ਇਸ ਲਈ ਆਪਾਂ ਕੋਈ ਇਸ ਕਾਹਲ ਨਹੀਂ ਕਰਨੀ। ਕੋਸ਼ਿਸ਼ ਹੋਵੇ ਸਾਡੀ ਕਿ ਸਾਨੂੰ ਕੁਝ ਨਾ ਕੁਝ ਤਾਂ ਕੁਝ ਸਮਝ ਆਵੇ। ਹੁਣ ਪਹਿਲਾ ਜਿਹੜਾ ਛੰਦ ਸੀ ਉਹ 'ਚ ਲਿਖਿਆ, ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ। ਜਿਸ ਪਰਮਾਤਮਾ ਦਾ ਨਾ ਕੋਈ ਚੱਕਰ ਹੈ, ਚਿਹਨ ਨਾ ਕੋਈ ਚਿੰਨ੍ਹ ਹੈ, ਵਰਨ ਨਾ ਕੋਈ ਦਾ ਵਰਨ ਹੈ, ਨਾ ਉਹ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਵੈਸ਼ ਹੈ, ਜਾਤ ਉਹਦੀ ਕੋਈ ਜਾਤ ਨਹੀਂ, ਅਰ ਮਨੇ ਅਤੇ ਪਾਤ ਉਹਦਾ ਕੋਈ ਗੋਤ ਨਹੀਂ, ਨਹਿਨ ਜੇ ਜਿਸ ਦੇ ਨਹੀਂ ਹਨ। ਜਿਸ ਪਰਮਾਤਮਾ ਦੇ ਕੋਈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਹੈ ਹੀ ਨਹੀਂ ਕੋਈ। ਉਹਦਾ ਨਾ ਕੋਈ ਚੱਕਰ ਹੈ, ਨਾ ਕੋਈ ਚਿਹਨ ਚਿੰਨ੍ਹ ਹੈ, ਨਾ ਕੋਈ ਦਾ ਵਰਨ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਗੋਤ ਹੈ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਦਾ ਮਤਲਬ ਕਿਹੋ ਜਿਹਾ। ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਅਰ ਮਨੇ ਅਤੇ ਰੇਖ ਮਨੇ ਰੇਖਾ, ਉਹਦੀ ਕੋਈ ਰੇਖਾ ਨਹੀਂ ਹੈ, ਭੇਖ ਉਹਦਾ ਕੋਈ ਪਹਿਰਾਵਾ ਨਹੀਂ ਖਾਸ। ਇਸ ਲਈ ਕੋਈ ਕਹਿ ਹੀ ਨਹੀਂ ਸਕਦਾ ਕਿ ਉਹ ਕਿਹੋ ਜਿਹਾ ਹੈ। ਕੋ ਕਹਿ ਨਾ ਸਕਤ ਉਹ ਕਿਹੋ ਜਿਹਾ ਹੈ, ਕੋਈ ਕਹਿ ਹੀ ਨਹੀਂ ਸਕਦਾ। ਅਚਲ ਮੂਰਤ, ਉਹਦੀ ਜਿਹੜੀ ਜੋਤ ਹੈ ਉਹ ਅਚਲ ਹੈ। ਇਹ ਨਹੀਂ ਕਿ ਅੱਜ ਹੈ ਅਤੇ ਕੱਲ੍ਹ ਨੂੰ ਨਹੀਂ ਹੈਗੀ। ਉਹਦੀ ਜੋਤ ਸਦਾ ਰਹਿਣ ਵਾਲੀ ਅਚਲ ਮੂਰਤ। ਅਨਭਉ ਪ੍ਰਕਾਸ਼, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਅਨਭਉ ਹੁੰਦਾ ਆਪਣੇ ਆਪ ਤੋਂ। ਜਿਵੇਂ ਇੱਕ ਤਾਂ ਆਪਾਂ ਨੂੰ ਗਿਆਨ ਹੋ ਗਿਆ ਪੜ੍ਹ ਕੇ, ਇੱਕ ਤਾਂ ਗਿਆਨ ਹੋ ਗਿਆ ਪੜ੍ਹ ਕੇ, ਇੱਕ ਗਿਆਨ ਅੰਦਰੋਂ ਹੁੰਦਾ ਬੰਦੇ ਨੂੰ। ਜਿਹੜਾ ਅੰਦਰੋਂ ਗਿਆਨ ਹੋਏਗਾ ਉਹਨੂੰ ਕਹਿੰਦੇ ਅਨਭਉ ਪ੍ਰਕਾਸ਼। ਜਿਹੜੇ ਭਗਤ ਸਾਡੇ ਹੋਏ ਨੇ, ਇਹਨਾਂ ਨੇ ਕੋਈ ਗ੍ਰੰਥ ਨਹੀਂ ਸੀ ਪੜ੍ਹੇ, ਇਹ ਤਾਂ ਵਿਚਾਰੇ ਅਨਪੜ੍ਹ ਸਨ। ਅਨਪੜ੍ਹ ਬੰਦਾ, ਪਹਿਲਾਂ ਤਾਂ ਇਹ ਨੀਵੀਆਂ ਜਾਤਾਂ ਦੇ ਸਨ ਉਸ ਜ਼ਮਾਨੇ ਦੇ ਵਿੱਚ। ਪੰਡਤ ਇਹਨਾਂ ਨੂੰ ਪੜ੍ਹਾਉਂਦੇ ਹੀ ਨਹੀਂ ਸਨ। ਉਦੋਂ ਪੜ੍ਹਾਈ ਮੰਦਰਾਂ 'ਚ ਹੁੰਦੀ ਸੀ, ਮੁਸਲਮਾਨਾਂ ਦੀ ਪੜ੍ਹਾਈ ਮਦਰਸਿਆਂ 'ਚ ਹੁੰਦੀ ਸੀ। ਸਿੱਖ ਤਾਂ ਚਲੋ ਉਸ ਵੇਲੇ ਹੈ ਹੀ ਨਹੀਂ ਸਨ। ਜਦੋਂ ਇਹਨਾਂ ਨੂੰ ਪੜ੍ਹਾਉਣ ਵਾਲਾ ਹੀ ਕੋਈ ਨਹੀਂ ਸੀ, ਕੋਈ ਮੰਦਰ 'ਚ ਵੜਨ ਨਹੀਂ ਸੀ ਦਿੰਦਾ, ਤਾਂ ਤੁਸੀਂ ਆਪ ਅੰਦਾਜ਼ਾ ਲਓ ਇਹਨਾਂ ਨੂੰ ਫਿਰ ਗਿਆਨ ਕਿੱਥੋਂ ਆਇਆ। ਸਿਮਰਨ ਕਰ 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 ਕਰਕੇ ਇਹਨਾਂ ਦੇ ਅੰਦਰੋਂ ਗਿਆਨ ਫੁੱਟਿਆ, ਇਹਨਾਂ ਦੇ ਅੰਦਰੋਂ ਗਿਆਨ ਫੁੱਟਿਆ। ਉਸ ਗਿਆਨ ਨੂੰ ਫਿਰ ਇਹਨਾਂ ਨੇ ਲਿਖਿਆ। ਤੁਸੀਂ ਪੁੱਛੋਗੇ ਵੀ ਜਦੋਂ ਇਹਨਾਂ ਨੂੰ ਪੜ੍ਹਾਇਆ ਹੀ ਨਹੀਂ ਗਿਆ, ਇਹਨਾਂ ਨੂੰ ਲਿਖਣਾ ਕਿੱਥੋਂ ਆ ਗਿਆ। ਅੰਦਰਲਾ ਗਿਆਨ ਹੀ ਲਿਖਣ ਦੇ ਸਾਨੂੰ ਯੋਗ ਬਣਾਉਂਦਾ ਹੈ। ਅੰਦਰਲਾ ਗਿਆਨ, ਉਹਨੂੰ ਕਹਿੰਦੇ ਅਨਭਉ, ਉਹਨੂੰ ਕਹਿੰਦੇ ਅਨਭਉ। ਇਸ ਲਈ ਪਰਮਾਤਮਾ ਜਿਹੜਾ ਪ੍ਰਕਾਸ਼ ਹੈ ਉਹ ਆਪਣੇ ਆਪ ਤੋਂ ਹੈ, ਉਹਨੂੰ ਕੋਈ ਪ੍ਰਕਾਸ਼ਿਤ ਨਹੀਂ ਕਰ ਰਿਹਾ। ਅਮਿਤ ਓਜ ਕਹੀਜੈ, ਅਮਿਤ ਓਜ, ਅਮਿਤ ਮੈਨੇ ਬਹੁਤ ਜ਼ਿਆਦਾ, ਓਜ ਮੈਨੇ ਬਲ ਤਾਕਤ। ਅਮਿਤ ਓਜ ਕਹੀਜੈ, ਉਸ ਨੂੰ ਬਹੁਤ ਤਾਕਤ ਵਾਲਾ ਬਲ ਵਾਲਾ ਕਿਹਾ ਜਾਂਦਾ ਹੈ। ਕੋਟ ਇੰਦਰ ਇੰਦਰਾਨ, ਕਰੋੜਾਂ ਇੰਦਰਾਂ ਦਾ ਇੰਦਰ ਹੈ ਪਰਮਾਤਮਾ। ਕਰੋੜਾਂ ਰਾਜਿਆਂ ਦਾ ਰਾਜਾ ਹੈ। ਇੰਦਰ ਰਾਜੇ ਨੂੰ ਕਹਿੰਦੇ ਨੇ। ਸਵਰਗ ਦਾ ਜਿਹੜਾ ਰਾਜਾ ਹੈ ਉਹਨੂੰ ਇੰਦਰ ਕਹਿੰਦੇ। ਇੰਦਰ ਨਾਮ ਨਹੀਂ ਹੈ, ਇੰਦਰ ਪਦਵੀ ਹੈ। ਜਿਵੇਂ DC ਹੈ, ਇਹ ਨਾਮ ਨਹੀਂ, ਇਹ ਤਾਂ ਇੱਕ ਪੋਸਟ ਹੈ, ਪਦਵੀ ਹੈ। ਇਸ ਲਈ ਇੰਦਰ ਜਿਹੜਾ ਨਾਮ ਨਹੀਂ ਹੈ। ਜਿਹੜਾ ਸਵਰਗ ਦਾ ਰਾਜਾ ਬਣ ਜਾਏ ਉਹਨੂੰ ਇੰਦਰ ਕਹਿੰਦੇ ਨੇ, ਬਸ ਇੱਕ ਪੋਸਟ ਦਾ ਨਾਮ ਹੈ। ਸੋ ਉਂਝ ਫਿਰ ਕਿਉਂਕਿ ਦੱਸਣ ਲਈ ਆਸਾਨ ਹੈ ਵੀ ਇਹ ਇੰਦਰ ਹੈ ਜੀ, ਇਹ DC ਹੈ ਜੀ। ਐਂ ਲੱਗਦਾ ਵੀ ਬੰਦੇ ਦਾ ਨਾਂ ਹੀ ਸ਼ਾਇਦ DC ਹੈ, ਉਹ ਨਾਮ ਨਹੀਂ ਹੈ। ਪਰ ਹੁਣ ਮੰਨ ਲਓ DC ਜਾ ਰਿਹਾ ਤਾਂ ਆਪਾਂ ਕਿਹਾ DC ਸਾਹਿਬ ਜਾ ਰਹੇ ਨੇ।
ਜੇ ਮਨ 'ਤੇ ਥੋੜ੍ਹਾ ਸਤਿਕਾਰ ਕਰ DC ਸਾਹਿਬ ਜਾ ਰਹੇ ਨੇ, ਜੇ ਨਹੀਂ ਤਾਂ DC ਜਾ ਰਿਹਾ, ਇੱਕ ਵਚਨ ਕਹਿ ਦੇਣਗੇ। ਬੱਚੇ ਟੀਚਰ ਦੇ ਸਾਹਮਣੇ ਕਿ ਸਰ ਜੀ, ਅਤੇ ਜਦ ਕੋਲ ਕੋਈ ਨਹੀਂ ਫਿਰ ਕਿ ਉਹ ਸਰ ਜਾ ਰਿਹਾ, ਫਿਰ ਉਹ ਸਰ ਜਾ ਰਿਹਾ, ਅਤੇ ਜੇ ਸਾਹਮਣੇ ਤਾਂ ਸਰ ਜੀ, ਫਿਰ ਸਰ ਜੀ। ਇਹਦਾ ਮਤਲਬ ਅੰਦਰ ਸਤਿਕਾਰ ਨਹੀਂ ਹੈ, ਉਹ ਤਾਂ ਬਾਹਰੀ ਸਤਿਕਾਰ ਹੈ। ਵੀ ਦੇਖ ਆ ਗਏ ਨੇ ਵੀ ਹਾਂਜੀ, ਕੋਈ ਕਹੇ ਉਹ ਸਾਰਾ ਆ ਗਿਆ, ਇਹ ਨਹੀਂ ਕਿ ਵੀ ਸਰ ਜੀ ਆ ਗਏ ਨੇ ਨਾ, ਉਹ ਸਾਰਾ ਆ ਗਿਆ, ਇੱਕ ਵਜੇ ਨਹੀਂ ਨਾ, ਫਿਰ ਸਾਰਾ ਆ ਗਿਆ। ਜਦੋਂ ਅੰਦਰੋਂ ਸਤਿਕਾਰ ਆ ਗਿਆ, ਉਹ ਡੈਡੀ ਆ ਗਿਆ, ਨਹੀਂ ਪਿਤਾ ਜੀ ਆ ਗਏ ਨੇ, ਮਾਤਾ ਜੀ ਆ ਗਏ ਨੇ, ਮੰਮਾ ਆ ਗਈ ਹੈ, ਇਹਦਾ ਮਤਲਬ ਉਹ ਤੂੰ ਉਹਦੇ ਤੋਂ ਵੱਡਾ ਹੈ, ਤੂੰ ਉਸ ਤੋਂ ਵੱਡਾ ਹੈ, ਮੰਮਾ ਆ ਗਈ ਹੈ, ਇਹ ਤੂੰ ਉਸ ਤੋਂ ਵੱਡਾ ਹੈ, ਉਹ ਤੇਰੇ ਤੋਂ ਛੋਟੀ ਹੈ। ਸਾਨੂੰ ਸਤਿਕਾਰ ਕਰਨਾ ਹੀ ਨਹੀਂ ਸਿਖਾਇਆ। ਮਾਂ ਪਿਓ ਦਾ ਫਰਜ਼ ਬਣਦਾ ਬੱਚੇ ਨੂੰ ਸਿਖਾਉਣਾ, ਵੀ ਮਾਤਾ ਜੀ ਪਿਤਾ ਜੀ ਕਹੋ, ਕਿਆ ਮੰਮਾ ਡੈਡਾ ਹੁੰਦਾ, ਮਾਤਾ ਜੀ ਪਿਤਾ ਜੀ ਕਹੋ, ਦਾਦੀ ਦਾਦਾ ਜੀ ਦਾਦੀ ਜੀ ਕਹੋ। ਮੈਂ ਇੱਕ ਪਰਿਵਾਰ 'ਚ ਗਿਆ ਜਾਨਾ, ਉਹ ਉਹਨਾਂ ਦੇ ਬੱਚੇ ਜਿਹੜੇ ਆਪਣੇ ਪੋਤਰੇ ਨੇ, ਉਹਨਾਂ ਦੇ ਕਿਹਾ ਦਾਦਾ ਜੀ ਅਤੇ ਦਾਦੀ ਜੀ। ਮੈਂ ਹਾਂ ਗੱਲ ਬਣੇ, ਇਹ ਅਸਲ ਹੈ, ਇਹਨੂੰ ਰਿਸ਼ਤੇਦਾਰੀ ਦਾ ਪਤਾ ਹੈ। ਸੋ ਇਸ ਲਈ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਜਿਹੜੇ ਤੁਹਾਡੇ ਤੋਂ ਵੱਡੇ ਨੇ ਉਹਨਾਂ ਨੂੰ ਸਤਿਕਾਰ ਸਹਿਤ ਬੋਲੋ, ਸਤਿਕਾਰ ਸਹਿਤ ਬੁਲਾਓ। ਮੈਨੂੰ ਯਾਦ ਹੈ ਜਦ ਮੈਂ ਪੜ੍ਹਦਾ ਸੀ, ਚੌਥੀ ਪੰਜਵੀਂ ਪੜ੍ਹਦਾ ਸੀ, ਪਿਤਾ ਜੀ ਮੇਰੇ ਨਾਲ ਜਾ ਰਹੇ ਨੇ, ਅੱਗੋਂ ਸਾਡੇ ਸਕੂਲ ਦਾ ਇੱਕ ਟੀਚਰ ਆ ਗਿਆ, ਮੈਂ ਉਹਨੂੰ ਨਮਸਤੇ ਕੀਤੀ, ਸਤਿ ਸ੍ਰੀ ਹਿੰਦੂ ਜਨ ਮੈਂ ਨਮਸਤੇ ਕਰਦੇ ਹਾਂ। ਅੱਗੇ ਜਾ ਰਹੇ ਇੱਕ ਹੋਰ ਟੀਚਰ ਆ ਗਿਆ, ਮੈਂ ਉਹਨੂੰ ਬੁਲਾਇਆ ਨਹੀਂ। ਪਿਤਾ ਜੀ ਕਹਿੰਦੇ ਵੀ ਤੂੰ ਇਸ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਮੈਂ ਇਹ ਤਾਂ ਸਾਨੂੰ ਪੜ੍ਹਾਉਂਦੇ ਨਹੀਂ ਹੈਗੇ, ਹੈ ਕਮਲਾ। ਕਹਿੰਦੇ ਇਸ ਸਾਲ ਤੈਨੂੰ, ਜੇ ਅਗਲੇ ਸਾਲ ਤੈਨੂੰ ਪੜ੍ਹਾਉਣ ਲੱਗ ਗਏ ਅਤੇ ਕਹਿਣਗੇ ਦੇਖ ਜੇ ਮੈਂ ਲੰਘਦਾ ਸੀ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਸੀ ਬੁਲਾਉਂਦਾ, ਮੂੰਹ ਪਰਾ ਕਰ ਲੈਂਦਾ ਸੀ, ਇਹ ਹੋ ਸਕਦਾ ਅਗਲੇ ਸਾਲ ਤੈਨੂੰ ਪੜ੍ਹਾਉਣ ਲੱਗ ਜਾਣ। ਤੇਰੇ ਸਕੂਲ ਦੇ ਜਿੰਨੇ ਟੀਚਰ ਨੇ ਤੂੰ ਸਾਰਿਆਂ ਦਾ ਸਤਿਕਾਰ ਕਰਨਾ, ਸਭ ਨੂੰ ਨਮਸਤੇ ਜਾਂ ਸਤਿ ਸ੍ਰੀ ਅਕਾਲ ਬੁਲਾਉਣੀ ਹੈ। ਉਹ ਭਾਵੇਂ ਤੈਨੂੰ ਪੜ੍ਹਾਉਂਦੇ ਨੇ ਚਾਹੇ ਨਹੀਂ ਪੜ੍ਹਾਉਂਦੇ, ਹੈਣ ਤਾਂ ਤੇਰੇ ਸਕੂਲ ਦੇ ਟੀਚਰ। ਅਗਰ ਤੂੰ ਉਹਨਾਂ ਦਾ ਸਤਿਕਾਰ ਕਰੇਗਾ, ਮੰਨ ਲਓ ਜਿੱਥੇ ਤੈਨੂੰ ਉਹ ਨਹੀਂ ਵੀ ਇਸ ਵੇਲੇ ਟੀਚਰ ਪੜ੍ਹਾ ਰਿਹਾ, ਫਰਕ ਅਗਲੇ ਸਾਲ ਜਦ ਤੈਨੂੰ ਪੜ੍ਹਾਏਗਾ ਅਤੇ ਤੂੰ ਉਸ ਦਾ ਸਤਿਕਾਰ ਕਰਦਾ ਰਹੇ, ਉਹ ਤੈਨੂੰ ਪਹਿਚਾਣ ਲਏਗਾ, ਉਹ ਤੈਨੂੰ ਪਿਆਰ ਕਰੇਗਾ। ਅਤੇ ਜਿਸ ਵਿਦਿਆਰਥੀ ਨੂੰ ਟੀਚਰ ਪਿਆਰ ਕਰੇ, ਉਹ ਤਾਂ ਵਿਦਿਆਰਥੀ ਵੈਸੇ ਹੀ ਚੜ੍ਹਦੀਆਂ ਕਲਾਂ 'ਚ ਰਹਿੰਦਾ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਤਿਕਾਰ ਸਹਿਤ ਬੁਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ। ਵੀ ਖਬਰਦਾਰ ਜੇ ਵੱਡੇ ਭੈਣ ਭਰਾ ਨੂੰ ਇੱਕ ਵਚਨ 'ਚ ਬੁਲਾਇਆ, ਵੱਡਾ ਭਰਾ ਹੈ ਇੱਕ ਵਚਨ 'ਚ ਨਹੀਂ ਬੁਲਾਉਣਾ। ਉਹਦਾ ਨਾਮ ਮੰਨ ਲਓ ਸੋਹਣ ਸਿੰਘ ਹੈ, ਉਹ ਸੋਹਣ ਆਈ ਐਂ ਨਹੀਂ ਬੁਲਾਉਣਾ ਉਸਨੂੰ, ਭਰਾ ਜੀ ਕਹਿ ਕੇ ਬੁਲਾਉਣਾ, ਵੀਰ ਜੀ ਕਹਿ ਕੇ ਬੁਲਾਉਣਾ। ਉਹਨੂੰ ਵੀਰ ਜੀ ਕਹੋ, ਭਰਾ ਜੀ ਕਹੋ, ਉਹਦਾ ਨਾਂ ਲੈ ਕੇ ਨਹੀਂ ਬੁਲਾਉਣਾ, ਉਹ ਤੁਹਾਡੇ ਤੋਂ ਵੱਡਾ। ਸਤਿਕਾਰ ਅਸੀਂ ਸਿਖਾਉਣਾ ਹੈ, ਵੱਡਿਆਂ ਨੇ ਛੋਟਿਆਂ ਨੂੰ ਕਿਵੇਂ ਸਤਿਕਾਰ ਕਰਨਾ ਜਾਚ ਅਸੀਂ ਸਿਖਾਉਣੀ ਹੈ। ਇਸ ਲਈ ਪਰਮਾਤਮਾ ਜਿਹੜਾ ਹੈ ਉਹ ਇੰਦਰਾਂ ਦਾ ਇੰਦਰ ਹੈ, ਉਹ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ। ਉਹ ਇਹ ਆਪ ਇੰਦਰ ਨਹੀਂ, ਉਹ ਤਾਂ ਇੰਦਰਾਂ ਦਾ ਇੰਦਰ ਹੈ, ਕਰੋੜਾਂ ਇੰਦਰਾਂ ਦਾ ਇੰਦਰ ਹੈ, ਕਰੋੜਾਂ ਸ਼ਾਹਾਂ ਦਾ ਸ਼ਾਹ ਹੈ। ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਸੁਰ ਨਰ ਅਸੁਰ। ਸੁਰ ਮੈਨੇ ਦੇਵਤੇ, ਨਰ ਮੈਨੇ ਮਨੁੱਖ, ਅਸੁਰ ਮੈਨੇ ਰਾਖਸ਼। ਨੇਤ ਨੇਤ ਬਾਣ ਤ੍ਰਿਣ ਕਹਿਤ, ਬਾਣ ਤ੍ਰਿਣ ਸਾਰੀ ਬਨਸਪਤੀ, ਸਾਰੀ ਬਨਸਪਤੀ। ਤਿੰਨਾਂ ਭਵਨਾਂ ਦੇ ਰਾਜੇ, ਦੇਵਤੇ, ਮਨੁੱਖ, ਰਾਖਸ਼, ਸਾਰੀ ਬਨਸਪਤੀ ਉਸ ਨੂੰ ਕਹਿੰਦੀ ਹੈ ਨੇਤ ਨੇਤ, ਕਿ ਹੇ ਪਰਮਾਤਮਾ ਤੂੰ ਕਿਸੇ ਵਰਗਾ ਵੀ ਨਹੀਂ ਹੈ, ਤੂੰ ਕਿਸੇ ਵਰਗਾ ਵੀ ਨਹੀਂ ਹੈ, ਭਾਵ ਤੇਰੇ ਵਰਗਾ ਕੋਈ ਵੀ ਨਹੀਂ ਹੈ। ਤਬ ਸਰਬ ਨਾਮ ਕਥੈ ਕਵਨ, ਹੇ ਪਰਮਾਤਮਾ ਤੇਰੇ ਤਬ ਤੇਰੇ ਸਰਬ ਮੈਨੇ ਸਾਰੇ, ਕਥਾ ਦਾ ਵਰਣਨ ਕਰਨਾ, ਕਵਨ ਮੈਨੇ ਕੌਣ। ਹੇ ਪਰਮਾਤਮਾ ਤੇਰੇ ਸਾਰੇ ਨਾਮਾਂ ਦਾ ਵਰਣਨ ਕੌਣ ਕਰ ਸਕਦਾ ਹੈ, ਭਾਵ ਕੋਈ ਵੀ ਤੇਰੇ ਸਾਰੇ ਨਾਮਾਂ ਦਾ ਵਰਣਨ ਨਹੀਂ ਕਰ ਸਕਦਾ। ਕਰਮ ਨਾਮ ਵਰਨਤ ਸਮਤ, ਹੇ ਦਸਮ ਪਾਤਸ਼ਾਹ ਕਹਿੰਦੇ ਹੇ ਪਰਮਾਤਮਾ ਤੂੰ ਮੈਨੂੰ ਦਿੱਤੀ ਸਮਤ,
ਤੇ ਮੈਂ ਤੇਰੀ ਦਿੱਤੀ ਸਮਤ ਨਾਲ ਕਰਮ ਨਾਮ ਵਰਣਤ, ਤੇਰੇ ਕਰਮਾਂ ਕਾਰਨ ਜੋ ਤੇਰੇ ਨਾਮ ਪਏ ਨੇ ਮੈਂ ਉਹਨਾਂ ਦਾ ਵਰਣਨ ਕਰ ਸਕਦਾ ਹਾਂ। ਤੇ ਅੱਗੇ ਫਿਰ ਉਹ ਵਰਣਨ ਕੀਤਾ ਹੋਇਆ, ਪਰ ਇਸ ਦੇ ਵਿੱਚ ਘੱਟ ਤੋਂ ਘੱਟ 1200 ਪਰਮਾਤਮਾ ਦੇ 1200 ਨਾਮਾਂ ਦਾ ਵਰਣਨ ਕੀਤਾ ਗਿਆ ਹੈ। ਇੱਥੋਂ ਤੱਕ ਪਹਿਲਾ ਛੰਦ ਸੀ। ਹੁਣ ਦੂਸਰਾ ਛੰਦ ਸ਼ੁਰੂ ਹੋ ਰਿਹਾ, ਭੁਜੰਗ ਪ੍ਰਿਆਤ ਛੰਦ। ਇਸ ਛੰਦ ਪਹਿਲਾ ਛੰਦ ਉਹਦਾ ਨਾਂ ਸੀ ਛਪੈ ਛੰਦ। ਹੁਣ ਇਸ ਛੰਦ ਦਾ ਨਾਂ ਹੈ ਭੁਜੰਗ ਪ੍ਰਿਆਤ। ਇਹਨੂੰ ਪ੍ਰਿਆਤ ਨਹੀਂ ਪੜ੍ਹਨਾ। ਹਿੰਦੀ ਦੇ ਵਿੱਚ ਜਦੋਂ ਅਧਿਆਪਕ ਲਿਖਿਆ ਜਾਂਦਾ ਹੈ, ਜਿਹਨਾਂ ਨੂੰ ਥੋੜ੍ਹੀ ਬਹੁਤੀ ਹਿੰਦੀ ਆਉਂਦੀ ਹੈ, ਅਧਿਆਪਕ ਹਿੰਦੀ ਲਿਖਿਆ ਉਹ ਯਈਏ ਨਾਲ ਲਿਖਿਆ ਜਾਂਦਾ ਹੈ, ਪਰ ਬੋਲਿਆ ਆੜੇ ਨਾਲ ਜਾਂਦਾ। ਅਧਿਆਪਕ ਲਿਖਿਆ ਨਾ ਅਧਿਆਪਕ, ਲਿਖਿਆ ਅਧਿਆਪਕ ਜਾਂਦਾ, ਬੋਲਿਆ ਅਧਿਆਪਕ ਜਾਂਦਾ। ਲਿਖਿਆ ਪ੍ਰਿਆਤ, ਇਹਨੂੰ ਪ੍ਰਿਆਤ ਨਹੀਂ ਪੜ੍ਹਨਾ, ਇਹ ਹੈ ਪ੍ਰਿਆਤ। ਭੁਜੰਗ ਪ੍ਰਿਆਤ ਛੰਦ, ਇਹ ਨਾਮ ਹੈ ਛੰਦ। ਹੁਣ ਦੂਸਰਾ ਛੰਦ ਸ਼ੁਰੂ ਹੁੰਦਾ, ਨਮਸਤਵੰ ਅਕਾਲੇ। ਇਹ ਜਿਹੜਾ ਵਾਹ ਵਾ ਤੱਤੇ ਦੇ ਪੈਰ 'ਚ ਵਾਹਵਾ ਲੱਗਣਾ, ਤੱਤੇ ਦੀ ਜਿਹੜੀ ਟਿੱਪੀ ਹੈ ਉਹ ਕਿਹਦੇ ਨਾਲ ਬੋਲੇਗੀ? ਵਾਹਵੇ ਨਾਲ। ਜੇ ਅੱਖਰ ਨੂੰ ਜੋ ਵੀ ਲਗ ਮਾਤਰ ਲੱਗੀ ਹੋਈ ਹੈ ਨਾ, ਉਹ ਜਿਹੜਾ ਹੇਠਾਂ ਅੱਧਾ ਅੱਖਰ ਹੁੰਦਾ ਹੈ ਉਹਦੇ ਨਾਲ ਬੋਲੀ ਜਾਂਦੀ ਹੈ। ਅਤੇ ਇਹ ਹੈ ਨਮਸਤਵੰ। ਨਮਸਤਵੰ ਦਾ ਮਤਲਬ ਹੈ ਤੈਨੂੰ ਨਮਸਕਾਰ ਹੈ। ਜਿਵੇਂ ਆਪਾਂ ਕਹਿੰਦੇ ਨਮਸਤੇ ਜੀ, ਆਪਾਂ ਸਤਿਕਾਰ ਵੀ ਕਹਿੰਦੇ ਨਮਸਤੇ ਜੀ। ਇਹ ਨਮਸਤੇ ਵੀ ਕਈ ਨੇ, ਨਮੋ ਉਹ ਵੀ ਨਮਸਤੇ ਹੈ, ਨਮਸਤਵੰ ਉਹ ਵੀ ਨਮਸਤੇ ਹੈ। ਨਮਸਕਾਰ ਜਿਹਨੂੰ ਕਹਿੰਦੇ, ਕੋਈ ਕਹਿੰਦਾ ਨਮਸਕਾਰ ਜੀ, ਕੋਈ ਕਹਿੰਦਾ ਨਮਸਤੇ ਜੀ, ਕੋਈ ਕਹਿੰਦਾ ਨਮਸਤਵੰ ਜੀ। ਨਮਸਤਵੰ ਅਕਾਲੇ। ਅਕਾਲੇ ਕਾਲ ਹੁੰਦਾ ਮੌਤ। ਅਕਾਲੇ ਜਿਸ ਤੇ ਮੌਤ, ਜਿਹਦੀ ਮੌਤ ਨਹੀਂ ਹੋਣੀ, ਸਦਾ ਰਹਿਣ ਵਾਲਾ, ਜਿਹੜਾ ਕਾਲ ਤੋਂ ਰਹਿਤ ਹੈ। ਸਾਡਾ ਤਾਂ ਕਾਲ ਹੋਣਾ ਨਾ, ਸਾਡੀ ਤਾਂ ਮੌਤ ਹੋਣੀ ਹੈ। ਉਂਝ ਕਹਿੰਦੇ ਜੀ ਅਕਾਲ ਚਲਾਣਾ ਕਰ ਗਿਆ, ਐਕਚੁਅਲੀ ਅਕਾਲ ਨਹੀਂ, ਅਕਾਲ ਤਾਂ ਹੁੰਦਾ ਆਈ ਨਹੀਂ ਮੌਤ। ਸਤਿਕਾਰ ਵਜੋਂ ਕਹਿੰਦੇ ਨੇ ਅਕਾਲ ਚਲਾਣਾ ਕਰ ਗਿਆ, ਪਾ ਵਰ ਗਿਆ। ਅਕਾਲ ਦਾ ਮਤਲਬ ਹੈ ਜਿਹੜਾ ਕਾਲ ਤੋਂ ਰਹਿਤ ਹੈ, ਜਿਸ 'ਤੇ ਸਮੇਂ ਦਾ ਕੋਈ ਅਸਰ ਹੀ ਨਹੀਂ ਹੈ, ਜਿਹਨੇ ਕਦੇ ਮਰਨਾ ਹੀ ਨਹੀਂ ਹੈ। ਮਰਦਾ ਕੌਣ ਹੈ? ਜੋ ਜੰਮਦਾ ਹੈ। ਜੋ ਜੰਮਿਆ ਉਹ ਮਰੇਗਾ। ਰਾਮ ਗਇਓ ਰਾਵਣ ਗਇਓ। ਰਾਮ ਵੀ ਪੈਦਾ ਹੋਏ ਅਤੇ ਰਾਵਣ ਵੀ ਪੈਦਾ ਹੋਇਆ। ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਪਰਮਾਤਮਾ ਦੇ ਪੈਦਾ ਹੀ ਨਹੀਂ ਹੋਇਆ ਕਿਸੇ ਤੋਂ, ਉਹਦਾ ਕੋਈ ਤਾਂ ਮਾਂ ਬਾਪ ਹੀ ਕੋਈ ਨਹੀਂ, ਉਹ ਤਾਂ ਆਪਣੇ ਆਪ ਤੋਂ ਹੈ। ਇਸ ਲਈ ਉਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ। ਉਹ ਅਕਾਲੇ ਹੈ, ਉਹ ਕਾਲ ਤੋਂ ਰਹਿਤ ਹੈ। ਹੇ ਅਕਾਲ ਤੋਂ ਰਹਿਤ ਪਰਮਾਤਮਾ, ਨਮਸਤਵੰ ਤੈਨੂੰ ਨਮਸਕਾਰ ਹੈ। ਨਮਸਤਵੰ ਤੈਨੂੰ ਨਮਸਕਾਰ ਹੈ। ਅਕਾਲੇ, ਹੇ ਅਕਾਲੇ, ਹੇ ਕਾਲ ਤੋਂ ਰਹਿਤ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮਸਤਵੰ ਕਿਰਪਾਲੇ। ਕਿਰਪਾਲੇ ਨਹੀਂ ਪੜ੍ਹਨਾ, ਪੂਰਾ ਰਾਰਾ ਨਹੀਂ ਪੜ੍ਹਨਾ। ਇਹ ਜੇ ਕੱਕੇ ਨੂੰ ਸਿਆਰੀ ਹੈ, ਰਾਰੇ ਦੇ ਨਾਲ ਬੋਲਣੀ ਹੈ। ਅਤੇ ਜਿਹਦੇ ਅੱਖਰ ਦੇ ਹੇਠਾਂ ਅੱਧਾ ਅੱਖਰ ਲੱਗਾ ਹੋਵੇ ਨਾ, ਉਹ ਤੇਜ਼ੀ ਨਾਲ ਪੜ੍ਹਿਆ ਜਾਂਦਾ। ਉਹਨੂੰ ਪੜ੍ਹਾਂਗੇ ਕਿਰਪਾਲੇ ਨਹੀਂ ਪੜ੍ਹਾਂਗੇ। ਜੇ ਰਾਰਾ ਪੂਰਾ ਹੁੰਦਾ ਫਿਰ ਆਪਾਂ ਪੜ੍ਹਦੇ ਕਿਰਪਾਲੇ। ਇਹ ਰਾਰਾ ਅੱਧਾ, ਆਪਾਂ ਪੜ੍ਹਨਾ ਕਿਰਪਾਲੇ। ਕਿਰਪਾਲੇ ਜਿਹਨੂੰ ਕਿਰਪਾਲੂ ਕਹਿੰਦੇ ਆਪਾਂ। ਹੇ ਕਿਰਪਾਲੂ ਪ੍ਰਭੂ ਤੈਨੂੰ ਨਮਸਕਾਰ ਹੈ। ਨਮਸਤਵੰ ਤੈਨੂੰ ਨਮਸਕਾਰ ਹੈ। ਕਿਰਪਾਲੇ, ਹੇ ਕਿਰਪਾਲੇ, ਹੇ ਕਿਰਪਾਲ ਪ੍ਰਭੂ ਤੈਨੂੰ ਨਮਸਕਾਰ ਹੈ। ਨਮਸਤਵੰ ਅਰੂਪੇ। ਰੂਪ ਰੂਪ ਰੰਗ ਰੇਖ ਅਰੂਪੇ, ਤੇਰਾ ਕੋਈ ਰੂਪ ਹੀ ਨਹੀਂ ਹੈ। ਹੇ ਰੂਪ ਰਹਿਤ। ਰੂਪੇ ਦਾ ਰੂਪ ਵਾਲਾ, ਕੋਈ ਸ਼ਕਲ ਵਾਲਾ। ਅਰੂਪੇ,
हे रूप रहत नमस्तवंग, तैनू नमस्कार है। ये नाम ने दे परमात्मा दे नाम अकाले, कृपाले, अरूपे, अनूपे, ਉਹਦੇ ਨਾਮ ਨੇ। ਕਿਹੜੇ ਨਾਮ ਨੇ? ਕਰਮ ਨਾਮ। ਇਹ ਕਿਹੜੇ ਨਾਮ ਨੇ? ਕਰਮ ਨਾਮ। ਅਸਲੀ ਉਹਦਾ ਨਾਮ ਕਿਹੜਾ? ਸਤਨਾਮ ਤੇਰਾ ਪਰਾ ਪੂਰਬਲਾ, ਬਹੁਤ ਪੁਰਾਣੇ ਸਮੇਂ ਤੋਂ ਤੇਰਾ ਨਾਮ ਹੈ ਸਤਨਾਮ। ਆ ਬਾਕੀ ਨਾਮ ਤੇ ਕਰਮ ਨਾਮ ਹਨ। ਉਹਦਾ ਕੋਈ ਕਰਮ ਵੇਖਿਆ, ਉਹਦਾ ਨਾਮ ਰੱਖਤਾ ਲੋਕਾਂ ਨੇ। ਹਾਂਜੀ, ਕਿਉਂਕਿ ਮਰਦਾ ਨਹੀਂ ਹੈ, ਇਸ ਲਈ ਕਦੇ ਜੀ ਇਹ ਅਕਾਲ ਪੁਰਖ ਹੈ ਜੀ, ਆਪਾਂ ਕਹਿੰਦੇ ਇਹ ਅਕਾਲ ਪੁਰਖ ਹੈ ਜੀ, ਵੀ ਮਰਦਾ ਨਹੀਂ, ਸਦਾ ਰਹਿੰਦਾ। ਕਹਿੰਦਾ ਹੇ ਅਕਾਲੇ ਤੈਨੂੰ ਨਮਸਕਾਰ। ਨਮਸਤੇ ਕਿਰਪਾਲੇ, ਪਰਮਾਤਮਾ ਕਿਰਪਾਲੂ ਹੈ। ਹੇ ਕਿਰਪਾਲੇ ਤੈਨੂੰ ਨਮਸਕਾਰ ਹੈ। ਨਮਸਤੰ ਅਰੂਪੇ, ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਹੇ ਅਰੂਪੇ, ਹੇ ਰੂਪ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ। ਨਮਸਤੰ ਅਨੂਪੇ, ਅਨੂਪੇ ਹੁੰਦਾ ਜਿਹਦੇ ਵਰਗਾ ਹੋਰ ਕੋਈ ਸੁੰਦਰ ਹੋਵੇ ਹੀ ਨਾ। ਪਰਮਾਤਮਾ ਵਰਗਾ ਹੋਰ ਕੋਈ ਸੁੰਦਰ ਹੀ ਨਹੀਂ ਹੈ, ਇਸ ਲਈ ਉਹ ਅਨੂਪ ਹੈ। ਹੇ ਅਤੀ ਸੁੰਦਰ ਪਰਮਾਤਮਾ ਤੈਨੂੰ ਨਮਸਤਵੰ, ਤੈਨੂੰ ਨਮਸਕਾਰ ਹੈ। ਤੈਨੂੰ ਨਮਸਕਾਰ। ਇਹ 4 ਗੁਣ ਤੇ ਜੀ ਪਰਮਾਤਮਾ ਦੱਸੇ ਨੇ। ਦੂਸਰੇ ਛੰਦ ਦੇ ਵਿੱਚ 4 ਗੁਣ ਦੱਸੇ ਨੇ। ਅਕਾਲੇ ਵੀ ਪਰਮਾਤਮਾ ਕਾਲ ਤੋਂ ਰਹਿਤ ਹੈ। ਕਿਰਪਾਲੇ, ਪਰਮਾਤਮਾ ਕਿਰਪਾਲੂ ਹੈ। ਅਰੂਪੇ, ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ। ਅਨੂਪੇ, ਪਰਮਾਤਮਾ ਵਰਗਾ ਕੋਈ ਸੁੰਦਰ ਨਹੀਂ ਹੈ। ਇਹ ਉਹਦੇ ਕਿਹੜੇ ਨਾਮ ਨੇ? ਇਹਦੇ ਕਰਮ ਨਾਮ। ਸੋ ਹੇ ਅਕਾਲੇ, ਹੇ ਕਾਲ ਤੋਂ ਰਹਿਤ ਪਰਮਾਤਮਾ, ਨਮਸਤਮੰ ਦਾ ਮਤਲਬ ਤੈਨੂੰ ਨਮਸਕਾਰ ਹੈ। ਦਸਮ ਪਾਤਸ਼ਾਹ ਕਹਿ ਰਹੇ ਨੇ, ਹੇ ਪਰਮਾਤਮਾ, ਹੇ ਕਾਲ ਤੋਂ ਰਹਿਤ ਪਰਮਾਤਮਾ ਤੈਨੂੰ ਮੇਰੀ ਨਮਸਕਾਰ ਹੈ। ਨਮਸਤਮੰ ਕਿਰਪਾਲੇ, ਹੇ ਕਿਰਪਾਲੂ ਪ੍ਰਭੂ ਤੈਨੂੰ ਮੇਰੀ ਨਮਸਕਾਰ ਹੈ। ਨਮਸਤਮੰ ਅਰੂਪੇ, ਹੇ ਰੂਪ ਰਹਿਤ ਪ੍ਰਭੂ ਤੈਨੂੰ ਮੇਰੀ ਨਮਸਕਾਰ ਹੈ। ਨਮਸਤਮੰ ਅਨੂਪੇ, ਹੇ ਅਤੀ ਸੁੰਦਰ ਪ੍ਰਭੂ ਮੇਰੀ ਤੈਨੂੰ ਨਮਸਕਾਰ ਹੈ। ਹੁਣ ਤੀਜਾ ਛੰਦ ਸ਼ੁਰੂ ਹੋਣਾ। ਨਮਸਤਵੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਪੇਖੇ। ਧਿਆਨ ਦੇਣਾ, ਪਹਿਲੇ ਦੂਜੇ ਜਿਹੜਾ ਸੀ ਛੰਦ ਵਿੱਚ ਸੀ ਨਮਸਤਵੰ ਵਾਵੇ ਨਾਲ ਸੀ, ਇੱਥੇ ਉਂਝੇ ਨਮਸਤੰ, ਮੀਨਿੰਗ ਇੱਕੋ ਹੀ ਹੈ। ਨਮਸਤਵੰਗ ਦਾ ਵੀ ਉਹੀ ਮਤਲਬ ਮੈਂ ਤੈਨੂੰ ਨਮਸਕਾਰ ਹੈ। ਨਮਸਤੰ ਦਾ ਵੀ ਇਹੀ ਮਤਲਬ ਤੈਨੂੰ ਨਮਸਕਾਰ ਹੈ। ਜਦ ਮੈਂ ਟੀਚਰ ਲੱਗਾ ਸਾਡੇ ਸਕੂਲ 'ਚ ਨਾ ਸ਼ਾਸਤਰੀ ਸੀ, ਇੱਕ ਉਹਦਾ ਹਿੰਦੀ ਟੀਚਰ, ਇੱਕ ਉਹਦਾ ਸ਼ਾਸਤਰੀ। ਸ਼ਾਸਤਰੀ ਟੀਚਰ ਉਹਨੂੰ ਕਿ ਜਿਹਨੂੰ ਸੰਸਕ੍ਰਿਤ ਆਉਂਦੀ ਹੁੰਦੀ ਹੈ। ਜਿਹੜਾ ਟੀਚਰ ਸੰਸਕ੍ਰਿਤ ਪੜ੍ਹਿਆ ਹੋਇਆ ਅਤੇ ਅੱਗੇ ਸੰਸਕ੍ਰਿਤ ਪੜ੍ਹਾਉਂਦਾ ਹੈ ਉਹਨੂੰ ਸਕੂਲਾਂ ਦੇ ਵਿੱਚ ਕਹਿੰਦੇ ਸ਼ਾਸਤਰੀ। ਉਹਨੂੰ ਕਹਿੰਦੇ ਆਓ ਜੀ ਸ਼ਾਸਤਰੀ ਜੀ। ਜੇ ਪੰਜਾਬੀ ਪੜ੍ਹਾਉਣਾ ਕਹਿੰਦੇ ਪੰਜਾਬੀ ਟੀਚਰ ਕਹਿੰਦੇ ਨੇ ਉਹਨੂੰ, ਹਿੰਦੀ ਪੜ੍ਹਾਉਣਾ ਹਿੰਦੀ ਟੀਚਰ ਕਹਿੰਦੇ ਨੇ, ਸੰਸਕ੍ਰਿਤ ਪੜ੍ਹਾਉਣ ਵਾਲੇ ਨੂੰ ਸ਼ਾਸਤਰੀ ਕਹਿੰਦੇ। ਉਹ ਸ਼ਾਸਤਰੀ ਜੀ ਸਨ। ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਹਿੰਦੂ ਜੈਂਟਲਮੈਨ ਜਿਹੜੇ ਹੋ ਨਮਸਤੇ ਬੁਲਾਉਂਦੇ ਹੋ, ਇਹਦਾ ਕੀ ਮਤਲਬ ਹੈ? कहता सीधा अर्थ है भी नमस्कार। ਇਹਦਾ शब्दी अर्थ है मैं आपको झुक कर नमस्कार करता हूँ। मैं आपको झुक कर नमस्कार करता हूँ। आप जदों भी किसी नमस्ते बुलाने थोड़े सिर नीवा करते, फतेह बुलाने तां भी थोड़े सिर नीवा करते सत्कार वजह। जिदा असी सत्कार करते हैं ਉਹਦੇ सामने असी सिर नीवा करते हैं। ਇਹ ਝੁਕਣ ਦੀ ਸਤਿਕਾਰ ਦੀ ਨਿਸ਼ਾਨੀ ਹੁੰਦੀ ਹੈ। ਸੋ ਨਮਸਤੰ ਅਤੇ ਨਮਸਤਵੰਗ ਇੱਕੋ ਹੀ ਮਤਲਬ ਹੈ। ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਤੀਸਰਾ ਛੰਦ ਹੈ। ਅਪੇਖੇ, ਭੇਖ ਪਹਿਰਾਵੇ ਤੋਂ ਪਤਾ ਲੱਗਦਾ। ਪਹਿਰਾਵੇ ਤੋਂ ਪਤਾ ਲੱਗਦਾ ਹੈ ਇਹ ਸਾਧੂ ਹੈ ਜੀ। ਹੁਣ ਸਿੱਖ ਧਰਮ ਦੇ ਸੰਤ ਮਹਾਤਮਾ ਜਿਹੜੇ ਨੇ ਉਹ ਆਮ ਤੌਰ 'ਤੇ ਚੋਲਾ ਪਾਉਂਦੇ ਨੇ, ਗੋਲ ਪੱਗ ਬੰਨ੍ਹਦੇ,
ਆਮ ਤੌਰ 'ਤੇ ਚਿੱਟੇ ਕੱਪੜੇ ਪਾਉਂਦੇ ਨੇ। ਤਾਂ ਉਹਨਾਂ ਨੂੰ ਵੇਖ ਕੇ ਅਗਲਾ, ਉਹਨਾਂ ਦੇ ਪਹਿਰਾਵੇ ਨੂੰ ਵੇਖ ਕੇ ਅਗਲਾ ਕਹਿੰਦਾ ਕੋਈ ਸੰਤ ਮਹਾਤਮਾ, ਕੋਈ ਮਹਾਂਪੁਰਖ ਹੈ। ਪਰਮਾਤਮਾ ਦਾ ਭੇਖ ਹੀ ਕੋਈ ਨਹੀਂ, ਉਹ ਤਾਂ ਭੇਖੇ ਹੈ। ਹੇ ਭੇਖ ਰਹਿਤ ਪ੍ਰਭੂ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਲੇਖੇ, ਸਾਡੇ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ, ਸਾਡੇ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ, ਸਾਡੀ ਕਿਸਮਤ ਲਿਖੀ ਹੋਈ ਹੈ। ਪਰਮਾਤਮਾ ਦਾ ਅਲੇਖੇ ਹੈ, ਉਹਦਾ ਤਾਂ ਕੋਈ ਲੇਖ ਹੀ ਨਹੀਂ ਲਿਖਿਆ ਹੋਇਆ। ਉਹਨੇ ਕੋਈ ਕਰਮ ਨਹੀਂ ਭੋਗਣੇ ਸਾਡੇ ਵਾਂਗੂ। ਅਸੀਂ ਤਾਂ ਆਪਣੇ ਕਰਮ ਭੋਗਣ ਆਏ, ਕਰਮ ਕਰਨ ਆਏ ਨਵੇਂ। ਜਿਹੜੀ ਕਿਸਮਤ ਹੁੰਦੀ ਹੈ ਇਹ 'ਚ ਜੋ ਅਸੀਂ ਭੋਗਣਾ ਹੈ ਉਹ ਲਿਖਿਆ ਹੁੰਦਾ ਹੈ। ਨਵੇਂ ਅਸੀਂ ਕਰਮ ਕਰ ਰਹੇ ਹਾਂ। ਕਰਮ ਕਰਨ ਦਾ ਮਤਲਬ ਕਿਸਮਤ ਬਣਾਉਣਾ। ਕਿਸਮਤ ਅਸੀਂ ਕਰਮ ਕਰਕੇ ਕਿਸਮਤ ਬਣਾਈ, ਜਦੋਂ ਸਾਡੀ ਕਿਸਮਤ ਉਹ ਬਣ ਗਈ ਫਿਰ ਅਗਲੇ ਜਨਮ 'ਚ ਸਾਨੂੰ ਭੋਗਣੀ ਪੈਂਦੀ ਹੈ। ਆਪਣੇ ਸਾਡੇ ਕਰਮ ਹੀ ਸਾਡੀ ਕਿਸਮਤ ਬਣਾਉਂਦੇ ਨੇ, ਅਤੇ ਉਹ ਜਿਹੜੇ ਕਰਮ ਨੇ ਕਿਸਮਤ ਦੀ, ਉਹ ਰੇਖਾ ਮੱਥੇ 'ਤੇ ਲਿਖੀ ਜਾਂਦੀ ਹੈ। ਪਰਮਾਤਮਾ ਤਾਂ ਅਲੇਖ ਹੈ, ਉਹ ਤਾਂ ਕਿਸੇ ਲੇਖੇ 'ਚ ਹੀ ਨਹੀਂ ਹੈ, ਉਹ ਤਾਂ ਲੇਖੇ ਤੋਂ ਰਹਿਤ ਹੈ। ਹੇ ਲੇਖੇ ਤੋਂ ਰਹਿਤ ਪ੍ਰਭੂ, ਨਮਸਤੰ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਕਾਏ, ਕਾਇਆ ਹੁੰਦੀ ਨਾ ਸਰੀਰ, ਅਕਾਏ ਜਿਹਦਾ ਕੋਈ ਸਰੀਰ ਹੀ ਨਹੀਂ ਹੈ। ਜਿਹਦਾ ਸਰੀਰ ਹੁੰਦਾ ਸੀ ਜ਼ਰੂਰ ਦੱਸ ਦਿੰਦੇ, ਬੰਦੇ ਵਰਗਾ, ਜਨਾਨੀ ਵਰਗਾ, ਗਧੇ ਵਰਗਾ, ਕੁੱਤੇ ਵਰਗਾ, ਕਾਦੇ ਵਰਗਾ, ਦੱਸ ਦੇਣਾ ਸੀ। ਸਰੀਰ ਜੇ ਹੁੰਦਾ ਤਾਂ ਉਹਦਾ ਸਰੀਰ ਹੀ ਕੋਈ ਨਹੀਂ। ਅਕਾਏ, ਹੇ ਕਾਇਆ ਤੋਂ ਰਹਿਤ, ਹੇ ਸਰੀਰ ਤੋਂ ਰਹਿਤ ਪ੍ਰਭੂ, ਨਮਸਤੰ, ਤੈਨੂੰ ਮੇਰੀ ਨਮਸਕਾਰ ਹੈ। ਕਾਏ ਹੁੰਦਾ ਕਾਇਆ ਸਰੀਰ, ਅਕਾਏ ਜਿਹਦਾ ਸਰੀਰ ਹੀ ਨਹੀਂ ਹੈ, ਜੋ ਸਰੀਰ ਤੋਂ ਰਹਿਤ ਹੈ। ਹੇ ਸਰੀਰ ਤੋਂ ਰਹਿਤ ਪ੍ਰਭੂ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਜਾਏ, ਜਾਏ ਹੁੰਦਾ ਜੰਮਣਾ, ਜਨਮ, ਅਜਾਏ ਜਨਮ ਤੋਂ ਰਹਿਤ। ਕਿਉਂਕਿ ਜੇ ਪਰਮਾਤਮਾ ਜਨਮ ਲੈਂਦਾ ਉਹਨੇ ਮਰਨਾ ਵੀ ਸੀ, ਅਤੇ ਜੇ ਜਨਮ ਲੈਂਦਾ ਤੇ ਮਰਨ ਤੱਕ ਵਿੱਚ ਉਹਨੇ ਦੁੱਖ ਸੁੱਖ ਵੀ ਭੋਗਣੇ ਸਨ। ਜੋ ਵੀ ਸੰਸਾਰ 'ਚ ਹੈ, ਚਾਹੇ ਗੁਰੂ ਬਣ ਕੇ ਹੈ, ਸੰਤ ਬਣ ਕੇ ਹੈ, ਪੀਰ ਬਣ ਕੇ ਹੈ, ਪੈਗੰਬਰ ਬਣ ਕੇ ਹੈ, ਅਵਤਾਰ ਬਣ ਕੇ ਹੈ, ਉਹਦੀ ਜ਼ਿੰਦਗੀ ਦੁੱਖ ਸੁੱਖ ਆਉਂਦੇ ਹੀ ਆਉਂਦੇ ਨੇ। ਇਸ ਲਈ ਪਰਮਾਤਮਾ ਜਨਮਿਆ ਨਹੀਂ ਹੈ, ਉਹ ਅਜਨਮਾ ਹੈ। ਹੇ ਜਨਮ ਤੋਂ ਰਹਿਤ ਪਰਮਾਤਮਾ, ਤੈਨੂੰ ਮੇਰੀ ਨਮਸਕਾਰ ਹੈ। ਅਪੇਖੇ, ਜਿਹਦਾ ਕੋਈ ਭੇਖ ਨਹੀਂ, ਕੋਈ ਪਹਿਰਾਵਾ ਨਹੀਂ। ਹੇ ਭੇਖ ਤੋਂ ਰਹਿਤ ਪਰਮਾਤਮਾ, ਤੈਨੂੰ ਮੇਰੀ ਨਮਸਕਾਰ ਹੈ। ਅਲੇਖੇ, ਜਿਹਦੇ ਮੱਥੇ 'ਤੇ ਕੋਈ ਲੇਖ ਨਹੀਂ ਲਿਖਿਆ ਹੋਇਆ। ਹੇ ਲੇਖੇ ਤੋਂ ਰਹਿਤ ਪਰਮਾਤਮਾ, ਮੇਰੀ ਤੈਨੂੰ ਨਮਸਕਾਰ ਹੈ। ਨਮਸਤੰ ਅਕਾਏ, ਕਾਇਆ ਹੁੰਦਾ ਸਰੀਰ, ਅਕਾਏ ਸਰੀਰ ਤੋਂ ਬਿਨਾਂ। ਹੇ ਸਰੀਰ ਤੋਂ ਰਹਿਤ ਪ੍ਰਭੂ, ਤੈਨੂੰ ਮੇਰੀ ਨਮਸਕਾਰ ਹੈ। ਅਜਾਏ, ਜਿਹੜਾ ਜਨਮ ਤੋਂ ਰਹਿਤ ਹੈ, ਜਿਹਦਾ ਜਨਮ ਨਹੀਂ ਹੋਇਆ। ਹੇ ਜਨਮ ਤੋਂ ਰਹਿਤ ਪਰਮਾਤਮਾ, ਤੈਨੂੰ ਮੇਰੀ ਨਮਸਕਾਰ ਹੈ। ਇੱਥੋਂ ਤੱਕ ਤੀਸਰਾ ਸੀ ਛੰਦ। ਹੁਣ ਚੌਥਾ ਛੰਦ ਸ਼ੁਰੂ ਹੋ ਰਿਹਾ। ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ। ਗੰਜ ਹੁੰਦਾ ਕਿਸੇ ਨੂੰ ਨਾਸ ਕਰਨਾ, ਮਾਰ ਦੇਣਾ। ਅਗੰਜੇ, ਤੂੰ ਅਵਿਨਾਸ਼ੀ ਹੈ, ਤੂੰ ਨਾਸ਼ ਤੋਂ ਰਹਿਤ ਹੈ, ਤੇਰਾ ਕਦੇ ਨਾਸ਼ ਨਹੀਂ ਹੋ ਸਕਦਾ। ਸਾਡਾ ਤਾਂ ਨਾਸ਼ ਹੋਣਾ ਨਾ, ਅਸੀਂ ਇੱਕ ਦਿਨ ਮਰਨਾ ਹੈ। ਪਰਮਾਤਮਾ ਤਾਂ ਅਵਿਨਾਸ਼ੀ ਹੈ, ਉਹ ਤਾਂ ਅਵਿਨਾਸ਼ੀ ਹੈ, ਉਹਦਾ ਨਾਸ਼ ਨਹੀਂ ਹੋਣਾ। ਅਵਿਨਾਸ਼ੀ ਨੂੰ ਅਗੰਜੇ ਵੀ ਕਿਹਾ ਹੋਇਆ। ਹੇ ਅਵਿਨਾਸ਼ੀ ਪ੍ਰਭੂ, ਹੇ ਨਾਸ਼ ਤੋਂ ਰਹਿਤ ਪ੍ਰਭੂ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਭੰਜੇ, ਭੰਜ ਹੁੰਦਾ ਟੁੱਟਣਾ, ਅਭੰਜੇ ਜਿਹੜਾ ਨਾ ਟੁੱਟੇ। ਸਾਡੀ ਤਾਂ ਲੱਤ ਵੀ ਟੁੱਟ ਸਕਦੀ ਹੈ, ਬਾਂਹ ਵੀ ਟੁੱਟ ਸਕਦੀ, ਲੱਕ ਵੀ ਟੁੱਟ ਸਕਦੀ, ਧੌਣ ਵੀ ਟੁੱਟ ਸਕਦੀ ਨੇ, ਉਹ ਅਭੰਜੇ ਹੈ। ਹੇ ਟੁੱਟਣ ਤੋਂ ਰਹਿਤ ਪ੍ਰਭੂ, ਤੈਨੂੰ ਸਾਡੀ ਨਮਸਕਾਰ ਹੈ। ਅਗੰਜੇ, ਜਿਹਦਾ ਨਾਸ ਨਾ ਹੋਵੇ। ਅਭੰਜੇ, ਜਿਹੜਾ ਨਾ ਟੁੱਟੇ। ਹੇ ਅਵਿਨਾਸ਼ੀ ਪ੍ਰਭੂ, ਹੇ ਨਾਸ਼ ਤੋਂ ਰਹਿਤ ਪ੍ਰਭੂ, ਤੈਨੂੰ ਸਾਡੀ ਨਮਸਕਾਰ ਹੈ। ਅਭੰਜੇ,
हे अटुट प्रभु। टुटन वाला भंजे है, ਜਿਹੜਾ ना टुटे ਉਹਨੂੰ ਕੀ ਆਪਾਂ ਕਹਿੰਦੇ अटुट। हे अटुट परमात्मा ਤੈਨੂੰ ਸਾਡੀ नमस्कार है। नमस्तंग अनामे, नामे नाम, अनामे तेरा कोई ना ही नहीं है, तेरा कोई नाम नहीं है। हे नाम तो रहत परमात्मा ਤੈਨੂੰ ਸਾਡੀ नमस्कार है। नमस्तंग अठामे, ਠਾਮ ਥਾਂ ਨੂੰ ਕਹਿੰਦੇ ਨੇ। तेरी कोई खास थां नहीं है भी तू फण थां ते उत्ते घट घट वासी सर्व निवासी है, ये तो वह कोई एक थां नहीं होता। तू थां तो रहत है अठामे, तेरी कोई थां नहीं, तू थां तो रहत है, साड़ी तेनू नमस्कार है। अगंजे का मतलब जेड़ा ना नास होवे, सदा रहन वाला, अविनाशी। अभंजे का मतलब जेड़ा ना टुटे, अटुट। अनामे जिदा कोई नाम नहीं है, अठामे जिदा कोई थां नहीं है। हे परमात्मा तू नाश तो रहत हैं, तू अभंजे, तू अटुट हैं। अनामे तेरा कोई ना नहीं है, अठामे तेरा कोई खास थां नहीं है, इसे तेनू मेरी नमस्कार है। पंजवां छंद है। नमस्तंग अकर्मंग, नमस्तंग अधर्मंग, नमस्तंग अनामंग, नमस्तंग अतामंग। अकर्मंग, हे परमात्मा तू कर्म तो रहत है, तू कर्मां 'ਚ नहीं है। ਅਸੀਂ ਤੇ कर्म करदे फिर भोगते हैं। परमात्मा अकर्म है, वो कर्मां तो रहत है, ਉਹਦਾ कोई कर्म नहीं है, ਉਹਦਾ ਤਾਂ हुक्म चलता है बस। ਹੁਣ तो एक बार हुक्म करता, ਹੁਣ तो क्या एक ओंकार, उन्हें क्या ओंकार। देखो मुँह खुला रखे, कूड़े का मुँह खुला रखे। भी जी सृष्टि है ये लगातार साजी जा रही है, ये मुक नहीं गई, ਉਹਦਾ हुक्म मुक नहीं गया। उन्हें क्या ओंकार, सृष्टि साजी जावे तो सृष्टि सज गई। अंग्रेजी अगर परमात्मा कहे लोगोस, भी सृष्टि साजी जावे, सृष्टि सज गई। अपनी भाषा के शब्द ने, परमात्मा ने तो हुक्म किया है, इसलिए अकर्मंग है, वो कर्मा तो रहत है। हे कर्मा तो रहत परमात्मा तैनू साड़ी नमस्कार है। नमस्तंग अधर्मंग, साड़ा तो धर्म है कि कोई सिख है, कोई हिंदू है, कोई मुसलमान है, कोई ईसाई है, कोई बौद्धि है, कोई जैनी है, पता ही नहीं किन्ने क धर्म तो हिंदुस्तान ने। एक्चुअली मजहब ने, धर्म सारे संसार का एको ही हुंदा है। आ जिहड़ी शक्लां सूरतां साडियां ने, ये हैगा मजहब। ते परमात्मा दा कोई धर्म नहीं, कोई मजहब नहीं है। परमात्मा मजहब तो रहत है। हे मजहबां तो रहत परमात्मा तैनू साड़ी नमस्कार है। परमात्मा धर्मी नहीं है, किते को परमात्मा नास्तिक है। अज फलाना बंदा धर्मी है। धर्मी किनू कहते हैं? जिहदा जीवन धर्म अनुसार है। जिसदा जीवन धर्म अनुसार है उन्होंने कहते धर्मी। ते अधर्मी किनू कहते? जिहदा जीवन धर्म अनुसार नहीं है। इत्थे अधर्मक ये नहीं समझ लेना कि रब धर्मी नहीं है। भाव रब का कोई विशेष मजहब नहीं है। रब कोई सिख नहीं, कोई हिंदू नहीं, कोई मुसलमान नहीं, कोई ईसाई नहीं। रब का कोई विशेष मजहब नहीं है। हे मजहब तो रहत परमात्मा तैनू साड़ी नमस्कार है। नमस्तंग अनामंग, अनामंग जिहदा कोई नाम ही नहीं है। परमात्मा का कोई नाम नहीं। हे नाम रहत प्रभु तैनू साड़ी नमस्कार। नमस्तंग अधामंग, धाम हुंदा घर नूं कहंदे। धाम किनूं कहंदे ने? घर नूं। अधामंग, हे घर तो रहत। अधामंग तेरा कोई घर ही नहीं है। हे घर तो रहत परमात्मा तैनू साड़ी नमस्कार है। नमस्तंग अजीते, नमस्तंग अपीते, नमस्तंग अबाहे, नमस्तंग अटाहे।
ਅਜੀਤੇ, ਜਿਹਨੂੰ ਜਿੱਤਿਆ ਨਾ ਜਾ ਸਕੇ। ਅਜਿੱਤ ਆਪਾਂ ਅਜਿੱਤ ਕਹਿੰਦੇ ਪੰਜਾਬੀ 'ਚ, ਹਿੰਦੀ ਕਹਿੰਦੇ ਅਜੀਤ। ਆਪਾਂ ਵੀ ਬਹੁਤ ਨਾਮ ਦਸਮ ਪਾਤਸ਼ਾਹ ਦੇ ਵੱਡੇ ਸਾਹਿਬ ਦਾ ਨਾਂ ਅਜੀਤ ਸਿੰਘ ਸੀ। ਪੰਜਾਬੀ ਕਹਿੰਦੇ ਅਜਿੱਤ, ਜਿਹਨੂੰ ਜਿੱਤਿਆ ਨਾ ਜਾ ਸਕੇ। ਹਿੰਦੀ ਕਹਿੰਦੇ ਅਜੀਤ, ਜਿਸ ਨੂੰ ਜਿੱਤਿਆ ਨਾ ਜਾ ਸਕੇ। ਹੇ ਪਰਮਾਤਮਾ, ਤੂੰ ਅਜੀਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੂੰ ਅਜੀਤ ਹੈ, ਇਸ ਲਈ ਤੈਨੂੰ ਸਾਡੀ ਨਮਸਕਾਰ ਹੈ। ਭੀਤ ਹੁੰਦਾ ਡਰ, ਨਮਸਤੰ ਅਭੀਤੇ। ਔਰ ਕਹਿੰਦਾ ਫਲਾਣਾ ਭੈ ਭੀਤ ਹੋ ਗਿਆ। ਸਾਨੂੰ ਇਹ ਨਹੀਂ ਗਿਆਨ ਕਿ ਭੈ ਭੀਤ ਦੋ ਸ਼ਬਦ ਨੇ, ਮੀਨਿੰਗ ਇੱਕੋ ਹੈ। ਭੈ ਦਾ ਸਾਨੂੰ ਪਤਾ ਹੈ, ਭੈ ਮੈਨੇ ਡਰ। ਭੀਤ ਦਾ ਨਹੀਂ ਪਤਾ। ਭੀਤ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਡਰ। ਜਦੋਂ ਬਹੁਤ ਕੋਈ ਡਰ ਜੇ, ਅਗਲਾ ਕਿ ਫਲਾਣਾ ਜੀ ਭੈ ਭੀਤ ਹੋ ਗਿਆ। ਕੋਈ ਆਪਾਂ ਨੂੰ ਡਰਾਉਣੀ ਚੀਜ਼ ਵੇਖੀ, ਆਪਾਂ ਬਹੁਤ ਜ਼ਿਆਦਾ ਡਰ ਗਏ, ਉਹਨੂੰ ਆਪਾਂ ਕਹਿੰਦੇ ਭੈ ਭੀਤ ਹੋ ਗਿਆ ਫਲਾਣਾ। ਸੋ ਪਰਮਾਤਮਾ ਡਰ ਤੋਂ ਰਹਿਤ ਹੈ, ਉਹ ਤਾਂ ਨਿਡਰ ਹੈ। ਸਾਨੂੰ ਡਰ ਲੱਗਦਾ ਕੋਈ ਮਾਰ ਨਾ ਦੇਵੇ, ਕਿਤੇ ਸਾਡਾ ਐਕਸੀਡੈਂਟ ਨਾ ਹੋ ਜਾਏ, ਕਿਤੇ ਸਾਨੂੰ ਕਰੋਨਾ ਨਾ ਹੋ ਜਾਏ, ਕਿਤੇ ਸਾਨੂੰ ਹੋਰ ਬਿਮਾਰੀ ਨਾ ਆ ਜਾਏ, ਡਰਦੇ ਰਹਿਣਾ ਨਾ। ਅਤੇ ਕਈ ਵਿਚਾਰੇ ਬਹੁਤ ਹੀ ਡਰਪੋਕ ਹੋਣ ਕਰਕੇ ਉਹ ਕਰੋਨਾ ਤਾਂ ਹੋਇਆ ਨਹੀਂ, ਉਂਝ ਹੀ ਰੋਗੀ ਹੋ ਗਏ, ਹੋਰ ਹੀ ਰੋਗ ਲੱਗ ਗਏ। ਡਰ ਨਾਲ ਲੱਗ ਜਾਂਦੇ ਆ। ਕਈਆਂ ਦਾ ਮੈਂ ਦੇਖਿਆ ਓਪਰੇਸ਼ਨ ਹੋਵੇ ਨਾ, ਉਹ ਡਰ ਜਾਂਦੇ ਨੇ। ਉਹ ਡਰ ਨਾਲ, ਹਾਲਾਂਕਿ ਉਹਨੂੰ ਸ਼ੂਗਰ ਨਹੀਂ, ਪਰ ਉਹ ਡਰ ਨਾਲ ਉਹਨਾਂ ਦੀ ਸ਼ੂਗਰ ਵੱਧ ਜਾਂਦੀ ਹੈ। ਜਦ ਸ਼ੂਗਰ ਵੱਧਦੀ, ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ ਜੀ, ਸ਼ੂਗਰ ਵੱਧ ਗਈ। ਅਸੀਂ ਟੀਕੇ ਲਾ ਕੇ ਪਹਿਲਾਂ ਸ਼ੂਗਰ ਕੰਟਰੋਲ ਕਰਾਂਗੇ, ਫਿਰ ਇਹਦਾ ਆਪਰੇਸ਼ਨ ਹੋਵੇ। ਉਹਨੂੰ ਸ਼ੂਗਰ ਨਹੀਂ ਸੀ, ਡਰ ਨਾਲ ਹੋ ਗਈ। ਚਿੰਤਾ ਨਾਲ, ਡਰ ਨਾਲ ਇਹ ਕਈ ਬਿਮਾਰੀਆਂ ਵੱਧ ਜਾਂਦੀਆਂ। ਡਰ ਹੋਵੇ, ਲਗਾਤਾਰ ਚਿੰਤਾ ਹੋਵੇ, ਬਲੱਡ ਪ੍ਰੈਸ਼ਰ ਰਹਿਣ ਲੱਗ ਜਾਂਦਾ ਹੈ, ਬਲੱਡ ਪ੍ਰੈਸ਼ਰ ਰਹਿਣ ਲੱਗ ਜਾਂਦਾ ਹੈ। ਇਸ ਲਈ ਨਮਸਤੰ ਅਭੀਤੇ, ਭੀਤ ਹੁੰਦਾ ਡਰ, ਅਭੀਤੇ ਜਿਹਨੂੰ ਡਰ ਨਾ ਲੱਗੇ, ਨਿਡਰ ਹੈ। ਨਿਡਰ ਪ੍ਰਭੂ, ਤੈਨੂੰ ਸਾਡੀ ਨਮਸਕਾਰ ਹੈ। ਨਮਸਤੰ ਅਵਾਹੇ, ਬਾਹ ਹੁੰਦਾ ਆਵਾਜਾਈ ਦਾ ਸਾਧਨ, ਜਿਸ 'ਤੇ ਆਪਾਂ ਚੜ੍ਹ ਕੇ ਜਾਈਏ। ਜਿਵੇਂ ਅੱਜ ਕੱਲ੍ਹ ਕੋਈ ਸਾਈਕਲ 'ਤੇ ਚੜ੍ਹ ਕੇ ਜਾ ਰਿਹਾ, ਕੋਈ ਸਕੂਟਰ 'ਤੇ, ਕੋਈ ਮੋਟਰਸਾਈਕਲ 'ਤੇ, ਕੋਈ ਬੱਸ 'ਤੇ, ਕੋਈ ਕਾਰ 'ਤੇ, ਕੋਈ ਟਰੱਕ 'ਤੇ। ਇਹ ਆਵਾਜਾਈ ਦੇ ਸਾਧਨ, ਇਹਨੂੰ ਵਾਹੇ ਕਹਿੰਦੇ। ਅਵਾਹੇ, ਪਰਮਾਤਮਾ ਕਿਸੇ ਸਵਾਰੀ 'ਤੇ ਨਹੀਂ ਚੜ੍ਹਦਾ। ਜਿਵੇਂ ਬਾਣੀ 'ਚ ਆਉਂਦਾ, ਗਰੜ ਚੜ੍ਹੇ ਗੋਬਿੰਦ ਆਇਲਾ, ਵੀ ਵਿਸ਼ਨੂੰ ਮਹਾਰਾਜ ਗਰੜ 'ਤੇ ਚੜ੍ਹ ਕੇ ਆ ਰਹੇ ਨੇ। ਹਿੰਦੂਆਂ ਅਨੁਸਾਰ ਵਿਸ਼ਨੂੰ ਮਹਾਰਾਜ ਦੀ ਸਵਾਰੀ ਗਰੜ ਹੈ, ਜਿਸ 'ਤੇ ਚੜ੍ਹ ਕੇ ਆਉਂਦੇ ਨੇ। ਉਂਝ ਉਹਨਾਂ ਦੀ ਸੇਜਾ ਜਿਹੜੀ ਸ਼ੇਸ਼ਨਾਗ ਹੈ, ਉਹਦੇ ਉੱਤੇ ਆਰਾਮ ਕਰਦੇ ਨੇ। ਪਰ ਜਦੋਂ ਇੱਕ ਥਾਂ ਦੂਜੀ ਥਾਂ 'ਤੇ ਹੁੰਦਾ, ਹਿੰਦੂ ਧਰਮ ਸਾਹਿਬ ਗਰੜ 'ਤੇ ਚੜ੍ਹ ਕੇ ਆ ਰਹੇ ਨੇ। ਫਿਰ ਕਹਿੰਦੇ ਜਿਹੜਾ ਕਈਆਂ ਦੀ ਸਵਾਰੀ ਚੂਹਾ ਹੈ, ਚੂਹਾ ਸਵਾਰੀ ਕਈਆਂ ਦੀ। ਪਰਮਾਤਮਾ ਦੀ ਕੋਈ ਸਵਾਰੀ ਨਹੀਂ ਹੈ, ਉਹ ਕਿਸੇ ਸਵਾਰੀ 'ਤੇ ਚੜ੍ਹ ਕੇ ਨਹੀਂ ਆਉਂਦਾ। ਨਾਲੇ ਉਹਨੂੰ ਕਿਤੇ ਆਉਣ ਦੀ ਲੋੜ ਹੀ ਨਹੀਂ, ਉਹ ਤਾਂ ਪਹਿਲਾਂ ਹੀ ਹੈਗਾ। ਪਰਮਾਤਮਾ ਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ, ਤਾਂ ਪਹਿਲਾਂ ਹੀ ਸਾਡੇ ਅੰਦਰ ਹੈ, ਉਹਨੇ ਕਿੱਥੇ ਆਉਣਾ ਹੈ? ਜਿਹੜਾ ਪਹਿਲਾਂ ਹੀ ਸਾਡੇ ਕੋਲ ਹੈ, ਉਹਨੇ ਕਿਹੜੀ ਸਵਾਰੀ 'ਤੇ ਸਾਡੇ ਕੋਲ ਚੜ੍ਹ ਕੇ ਆਉਣਾ ਹੈ? ਅਵਾਹੇ ਹੈ, ਪਰਮਾਤਮਾ ਸਵਾਰੀ ਤੋਂ ਰਹਿਤ ਹੈ। ਹੇ ਸਵਾਰੀ ਤੋਂ ਰਹਿਤ ਪਰਮਾਤਮਾ, ਤੈਨੂੰ ਸਾਡੀ ਨਮਸਕਾਰ ਹੈ। ਵਾਹੇ ਸਵਾਰੀ ਨੂੰ ਕਹਿੰਦੇ, ਅਵਾਹੇ ਜਿਹਨੂੰ ਕਿਸੇ ਸਵਾਰੀ ਦੀ ਲੋੜ ਨਹੀਂ, ਬਿਨਾਂ ਸਵਾਰੀ ਤੋਂ। ਨਮਸਤੰ ਅਟਾਹੇ, ਢਾਹ ਹੁੰਦਾ ਡੇਗ ਦੇਣਾ ਕਿਸੇ ਨੂੰ। ਉਹ ਜੀ ਇਹ ਫਲਾਣੇ ਪਹਿਲਵਾਨ ਨੇ ਦੂਜੇ ਪਹਿਲਵਾਨ ਨੂੰ ਢਾਹ ਲਿਆ, ਹੇਠਾਂ ਸੁੱਟ ਲਿਆ ਨਾ, ਡੇਗ ਲਿਆ। ਉਹਨੇ ਕੰਧ ਢਾਹਤੀ ਹੈ, ਭਾਵ ਡੇਗ 'ਤੇ ਧੱਕਾ ਮਾਰਿਆ, ਡੇਗਤੀ ਹੈ। ਪਰਮਾਤਮਾ ਅਟਾਹੇ ਹੈ, ਉਹ ਡਿੱਗ ਨਹੀਂ ਸਕਦਾ, ਉਹਨੂੰ ਡੇਗਿਆ ਨਹੀਂ ਜਾ ਸਕਦਾ, ਉਹ ਅਡਿੱਗ ਹੈ। ਉਹ ਹਟਾਹੇ ਹੈ, ਉਹ ਅਡਿੱਗ ਹੈ, ਉਸ ਨੂੰ ਢਾਇਆ ਨਹੀਂ ਜਾ ਸਕਦਾ। ਹੇ ਪਰਮਾਤਮਾ, ਤੂੰ ਅਟਾਹ ਹੈ, ਤੂੰ ਅਡਿੱਗ ਹੈ, ਤੈਨੂੰ ਡੇਗਿਆ ਨਹੀਂ ਜਾ ਸਕਦਾ, ਤੂੰ ਅਡਿੱਗ ਹੈ, ਤੈਨੂੰ ਮੇਰੀ ਨਮਸਕਾਰ ਹੈ। ਫਿਰ ਦੇਖੋ ਅਜੀਤੇ, ਜਿਹਨੂੰ ਕੋਈ ਜਿੱਤ ਨਾ ਸਕੇ, ਪਰਮਾਤਮਾ ਅਜਿੱਤ ਹੈ। ਹੇ ਅਜਿੱਤ ਪ੍ਰਭੂ, ਤੈਨੂੰ ਮੇਰੀ ਨਮਸਕਾਰ ਹੈ। ਅਭੀਤੇ,
ਜਿਹਨੂੰ ਕੋਈ ਡਰਾ ਨਾ ਸਕੇ, ਜਿਹਨੂੰ ਕੋਈ ਡਰਾ ਨਾ ਸਕੇ, ਅਭੀਤੇ ਉਹਨੂੰ ਕਹਿੰਦੇ ਨੇ, ਨਿਡਰ। ਹੇ ਪਰਮਾਤਮਾ ਤੂੰ ਨਿਡਰ ਹੈ, ਤੈਨੂੰ ਸਾਡੀ ਨਮਸਕਾਰ ਹੈ। ਅਬਾਹੇ, ਬਾਹੇ ਉਹਦਾ ਸਵਾਰੀ, ਅਬਾਹੇ ਜਿਹਨੂੰ ਕਿਸੇ ਸਵਾਰੀ ਦੀ ਲੋੜ ਨਹੀਂ, ਤੂੰ ਸਵਾਰੀ ਤੋਂ ਰਹਿਤ ਹੈ, ਤੈਨੂੰ ਸਾਡੀ ਨਮਸਕਾਰ ਹੈ। ਅਟਾਹੇ, ਢਾਉਣਾ, ਡੇਗਣਾ, ਤੈਨੂੰ ਕੋਈ ਡੇਗ ਨਹੀਂ ਸਕਦਾ, ਤੂੰ ਅਡਿੱਗ ਹੈ, ਇਸ ਲਈ ਸਾਡੀ ਤੈਨੂੰ ਨਮਸਕਾਰ ਹੈ। ਇੱਥੋਂ ਤੱਕ 6 ਛੰਦ ਹੋਏ ਨੇ, ਬਾਕੀ ਫਿਰ ਅੱਗੇ ਚੱਲਦੇ ਰਹਿਣਗੇ। ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।